ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਵੈਲਕਮ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਜਿਵੇਂ ਵਿਆਹ ਵਾਲੇ ਘਰ 'ਚ ਸਾਰੀ ਰਾਤ ਖੌਰੂ ਪਿਆ ਰਹਿੰਦਾ, ਕਦੇ ਫੁੱਫੜ ਨਾਰਾਜ਼, ਕਦੇ ਜਵਾਈ ਨਾਰਾਜ਼, ਇਦਾਂ ਹੀ ਸੱਤਾਧਾਰੀਆਂ ਦੇ ਵਿੱਚ ਟਿਕਟਾਂ ਦੇ ਮਾਮਲੇ 'ਚ ਹੋਈ ਪਈ ਆ। ਸੁਣਿਆ ਇੱਕ ਸਰਵੇ ਨੇ 2 ਦਰਜਨ ਵਿਧਾਇਕਾਂ ਦੇ ਸਾਹ ਸੂਤ ਤੇ, ਜਿਨ੍ਹਾਂ ਦੀਆਂ ਟਿਕਟ ਕੱਟੇ ਜਾਣ ਦੀਆਂ ਕਨਸੋਆਂ ਤੇ ਉਹਨਾਂ ਦੇ ਸਾਹ ਤਾਂ ਸੂਤੇ ਗਏ, ਨਾਲ ਸੱਤਾਧਾਰੀ ਧਿਰ ਦੀ ਸਿਖਰਲੀ ਲੀਡਰਸ਼ਿਪ ਦੇ ਵੀ ਸਾਹ ਸੂਤੇ ਗਏ ਵੀ ਕੈਪਟਨ ਸਾਹਿਬ ਦੋਵੇਂ ਬਾਹਾਂ ਅੱਡ ਕੇ ਖਲੋਤੇ ਆ, ਆਓ ਭਾਈ ਨਿੱਜੀ ਵੋਟ ਲਿਆਓ, ਨਾਲ ਸਾਡੀ ਰਲਾਓ ਤੇ ਸਾਡੇ ਸ਼ਰੀਕਾਂ ਦੇ ਗਲ ਦੇ ਵਿੱਚ ਫਾਨਾ ਪਾਓ। ਹੁਣ ਵੱਡਾ ਸਵਾਲ ਇਹ ਹੈ ਕਿ ਅਕਾਲੀ ਦਲ ਨੇ ਵੀ ਸਭ ਤੋਂ ਪਹਿਲਾਂ ਟਿਕਟਾਂ ਦੀ ਅਨਾਉਂਸਮੈਂਟ ਵੇਲੇ ਬਹੁਤ ਸਾਰਿਆਂ ਨੂੰ ਦਰਕਨਾਰ ਕਰਤਾ। ਉਹ ਵੀ ਸਮੇਂ ਦੀ ਉਡੀਕ 'ਚ ਹੈ, ਕੋਈ ਢੀਂਡਸਾ ਵੱਲ ਜਾਊਗਾ, ਕੋਈ ਕੈਪਟਨ ਸਾਹਿਬ ਵੱਲ ਜਾਊਗਾ, ਕਿਉਂਕਿ ਆਮ ਆਦਮੀ ਪਾਰਟੀ ਕੋਲ ਵੀ ਕਾਫੀ ਖਾਲੀ ਜਗ੍ਹਾਵਾਂ ਨੇ। ਇਸ ਕਰਕੇ ਇਹ ਦੋਵੇਂ ਧਿਰਾਂ ਆਖਰੀ ਸਮੇਂ ਦੀ ਉਡੀਕ ਕਰ ਰਹੀਆਂ ਜਦੋਂ ਇਹ ਸ਼ਰੀਕਾਂ ਨੂੰ ਸੱਟ ਮਾਰ ਸਕਣ। ਤੇ ਦੂਜਾ ਸਵਾਲ, ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਚੰਨੀ ਤੇ ਤਗੜਾ ਹਮਲਾ ਕਿ ਜੇ ਜੁਰਤ ਆ, ਹਿੰਮਤ ਆ ਤਾਂ ਚੰਨੀ ਕਹਿਣ ਕਿ ਮੈਂ ਬਾਦਲਾਂ ਤੋਂ ਮਾਫੀ ਨਹੀਂ ਮੰਗੀ। ਗੱਲ 75-25 ਵਾਲੀ ਨਹੀਂ, ਗੱਲ ਰਲੇ ਰਲੇ ਹੋਣ ਦੀ ਆ। ਕੈਪਟਨ ਸਾਹਿਬ ਕਹਿੰਦੇ ਸ਼ੀਸ਼ੇ ਦੇ ਘਰਾਂ 'ਚ ਰਹਿਣ ਵਾਲੇ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ। ਮੇਰਾ ਧਿਆਨ ਸਿਸਮਾਂ ਵੱਲ ਚਲੇ ਜਾਂਦਾ, ਉੱਥੇ ਸ਼ੀਸ਼ੇ ਬੜੇ ਲੱਗੇ ਆ। ਇਸੇ ਕਰਕੇ ਕੈਪਟਨ ਸਾਹਿਬ ਨੇ ਕਦੇ ਵੀ ਕਿਸੇ ਵੱਲ ਪੱਥਰ ਨਹੀਂ ਸੁੱਟਿਆ, ਬਾਦਲਾਂ ਨਾਲ ਮਿਲ ਕੇ ਖੇਡ ਲਿਆ। ਇਹ ਸਿਆਸੀ ਪੰਡਤ ਆਖੀ ਜਾਂਦੇ ਆ, ਹੁਣ ਦਿਲ ਦੀਆਂ ਬਾਹਰ ਆ ਜਾਂਦੀਆਂ, ਪਤਾ ਨਹੀਂ ਸੋਫੀ ਜਾਂ ਵੋਡਕਾ ਨਾਲ ਆਈਆਂ ਜ਼ਰੂਰ ਆ। ਅਗਲੇ ਬੰਨੇ ਜਾਂਦੇ ਆ ਤਾਂ ਉਹੀ ਕਿਸਾਨੀ ਦਾ ਪੰਗਾ ਫਿਰ ਖੜਾ ਹੈ। ਜਿਹੜਾ ਡਰ ਸੀ ਉਂਝ ਹੀ ਹੁੰਦਾ ਹੈ। ਉਹ ਅਨਲ ਘਣਵਤ ਜਾਗ ਪਏ ਆ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਮੇਟੀ ਚ ਲਿਆ ਸੀ। ਸਾਡੇ ਸਰਦਾਰ ਇੱਥੇ ਮਾਨ ਸਾਹਿਬ ਸੀ ਜਿਹੜੇ, ਉਹ ਤਾਂ ਸਮਾਂ ਰਹਿੰਦਿਆਂ ਛੱਡ ਗਏ ਸੀ ਕਿਉਂਕਿ ਵਿਰੋਧ ਬੜਾ ਸੀ। ਲੇਕਿਨ ਉਹ ਘਣਵਤ ਕਹਿੰਦੇ ਆ ਵੀ ਮੈਂ ਨਹੀਂ ਮੰਨਦਾ, ਮੈਂ ਤਾਂ ਹੁਣ ਦੱਸੂ ਵੀ ਇਹ ਕਿਸਾਨਾਂ ਦੇ ਹੱਕ 'ਚ ਸੀ ਬਿੱਲ। ਭਲਿਆ ਮਾਨਸਾ ਚੁੱਪ ਕਰ ਜਾ ਜੇ ਗੱਲ ਤੁਰੀ ਆ। ਉਧਰ ਲਿਸਟ ਹੋ ਗਈ ਆ, ਰੀਅਪੀਲ ਜਿਹੜੇ ਬਿੱਲ ਹੋਣੇ ਰੀਪੀਲ ਹੋਣ ਲਈ, ਉਹ ਪਾਰਲੀਮੈਂਟ 'ਚ 25 ਨੰਬਰ ਮੱਧ 'ਚ ਦੇਖੇ ਗਏ ਆ ਕਿ ਗਵਰਨਮੈਂਟ ਨੇ ਉਹਨਾਂ ਨੂੰ ਸੂਚੀਬੱਧ ਕਰਤਾ। ਇਸ ਤੋਂ ਅਗਲੀ ਅਹਿਮ ਖਬਰ ਆ ਕਿ ਅਕਾਲੀ ਦਲ ਨੇ ਆਪਣੇ ਭਾਈਵਾਲ ਨੂੰ ਉਵੇਂ ਹੀ ਸਮਝ ਛੱਡਿਆ ਜਿਵੇਂ ਕਨਸੋਆਂ ਸੀ, ਵੀ ਏਦਾਂ ਹੀ ਸਮਝਣਗੇ। ਹੁਣ ਫਿਰ 2 ਸੀਟਾਂ ਬਦਲਤੀਆਂ ਨੇ। ਮੈਨੂੰ ਤਾਂ ਇੰਝ ਲੱਗਦਾ ਵੀ ਜਿਵੇਂ ਬਸਪਾ ਨੂੰ ਸ਼ਾਮਲ ਕਰ ਲਿਆ ਬਾਦਲ ਪਰਿਵਾਰ ਦੇ ਵਿੱਚ, ਜਦੋਂ ਚਾਹਿਆ ਜਿੱਥੋਂ ਚਾਹਿਆ ਜਿੱਦਾਂ ਚਾਹਿਆ ਕਰਾਂਗੇ। ਇਹ ਸੌਦਾ ਸ਼ਾਇਦ ਪਹਿਲਾਂ ਤੈਅ ਸੀ। 1-2 ਹੋਰ ਖਬਰਾਂ ਲਵਾਂਗੇ, ਮੈਂ ਤੁਹਾਡੇ ਤੋਂ ਵਿਸਥਾਰ ਲੈਣਾ। ਰਾਜਾ ਵੜਿੰਗ ਨਾਲ ਸੰਬੰਧਿਤ ਜਿਹੜਾ ਮਾਣਯੋਗ ਹਾਈ ਕੋਰਟ ਦਾ ਫੈਸਲਾ, ਕਿਉਂਕਿ ਕੱਲ ਸ਼ਾਮ ਅਸੀਂ ਡਿਸਕਸ ਕੀਤਾ ਲੇਕਿਨ ਉਦੋਂ ਤੱਕ ਫੈਸਲਾ ਅਜੇ ਪੂਰੀ ਤਰ੍ਹਾਂ ਬਾਹਰ ਨਹੀਂ ਸੀ ਆਇਆ। ਉਹਦੇ ਵਿੱਚ ਨਿੱਜੀ ਤੌਰ ਤੇ ਰਾਜਾ ਵੜਿੰਗ ਦੀ ਕਾਰਜਸ਼ੈਲੀ ਤੇ ਕਿੰਨੀ ਸੱਟ ਆ, ਸਰਕਾਰ ਦੇ ਕੰਮਕਾਜ ਤੇ ਕਿੰਨੀ ਕੁ ਚੋਟ ਆ, ਸਰਕਾਰ ਦੀ ਫੇਲੀਅਰ ਆ ਕਿ ਉਹਨਾਂ ਦਾ ਜਿਹੜਾ ਕਾਨੂੰਨ ਵਿਭਾਗ ਆ ਉਹ ਲੜ ਨਾ ਸਕਿਆ, ਤੇ ਜਿਹੜੇ ਨਿੱਜੀ ਲੋਕ ਆ ਜਿਨ੍ਹਾਂ ਦੇ ਹੱਕ 'ਚ ਫੈਸਲਾ ਉਹ ਫਿਰ ਤਾਕਤਵਰ ਨਿਕਲੇ। ਮੈਨੂੰ ਮੁੜ ਕੇ ਦੱਸਿਓ ਵੀ ਜੇ ਘਮਾਸਾਨ ਰਿਹਾ, ਆਉਂਦੇ ਦਿਨਾਂ 'ਚ ਟਿਕਟ ਕਟਾਈ ਦਾ ਚੱਕਰ ਤੁਰ ਪਿਆ ਤਾਂ ਫਿਰ 2 ਘਰਾਂ 'ਚ ਰੌਣਕ ਲੱਗਦੀ ਰਹੂਗੀ। ਇੱਕ ਤਾਂ ਅਮਰਿੰਦਰ ਸਿੰਘ ਢੀਂਡਸਾ ਬੀਜੇਪੀ ਵਾਲੇ, ਤੇ ਦੂਜੇ ਆਮ ਆਦਮੀ ਵਾਲਿਆਂ ਨੇ ਵੀ ਪੱਤੇ ਨਹੀਂ ਖੋਲੇ। ਉਹਨਾਂ ਦੇ ਦੋਵਾਂ ਦੇ ਵਿਹੜੇ 'ਚ ਰੌਣਕ ਹੋਊਗੀ ਤੇ ਦੂਜੇ ਬੰਨੇ ਪਿੱਟਣੇ ਪਏ ਰਹਿਣਗੇ। ਕੀ ਕਹਿੰਦੇ ਹੋ ਰੰਧਾਵਾ ਜੀ? ਤੁਸੀਂ ਦੇਖੋ, ਲੁਧਿਆਣੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਵੀ ਅਸੀਂ ਜਿਹੜੀ ਟਿਕਟਾਂ ਦੀ ਵੰਡ ਬਿਲਕੁਲ ਅਖੀਰਲੇ ਮੌਕੇ ਕਰਾਂਗੇ, ਤੇ ਨਾਲ ਹੀ ਉਹ ਇਹ ਵੀ ਕਹਿੰਦੇ ਆ, ਤੁਹਾਨੂੰ ਯਾਦ ਹੋਣਾ ਕਿ ਹੋ ਸਕਦਾ ਜਿਨ੍ਹਾਂ ਵਿਧਾਇਕਾਂ ਨੇ ਜਾਂ ਜਿਹੜੇ ਚਾਹੇ ਮੰਤਰੀ ਵੀ ਹੈ, ਜੇ ਉਹਨਾਂ ਦੀ ਕਾਰਗੁਜ਼ਾਰੀ 'ਚ ਕਿਸੇ ਤਰ੍ਹਾਂ ਦੀ ਕੋਈ ਊਣਤਾ ਹੀ ਰਹੀ ਜਾਂ ਕਮੀ ਰਹੀ ਤੇ ਅਸੀਂ ਉਹਨਾਂ ਬਾਰੇ ਵੀ ਸੋਚਾਂਗੇ। ਸੋ ਆਪਣੇ ਆਪ ਨੂੰ ਇਹ ਮੰਨ ਕੇ ਨਾ ਚੱਲੋ ਕਿ ਜੇ ਅਸੀਂ ਆਲਰੇਡੀ ਵਿਧਾਇਕ ਹਾਂ ਜਾਂ ਪਹਿਲਾਂ ਤੋਂ MLA ਤੇ ਸਾਨੂੰ ਟਿਕਟਾਂ ਮਿਲਣੀਆਂ ਹੀ ਮਿਲਣੀਆਂ। ਇਸ ਗੱਲ ਨੇ ਬਹੁਤ ਸਾਰੇ ਵਿਧਾਇਕਾਂ ਦੀਆਂ ਜਿਹੜੀਆਂ ਨੀਂਦਾਂ ਰਾਤ ਦੀਆਂ ਉਡਾ ਦਿੱਤੀਆਂ ਸੀ। ਕੱਲ ਅਰਵਿੰਦ ਕੇਜਰੀਵਾਲ ਆਉਂਦੇ ਨੇ, ਉਹ ਕਹਿੰਦੇ ਨੇ 25 ਕਾਂਗਰਸ ਦੇ ਵਿਧਾਇਕ ਮੇਰੇ ਨਾਲ ਇਨ ਟੱਚ ਨੇ ਤੇ 3 MP ਮੇਰੇ ਨਾਲ ਇਨ ਟੱਚ ਨੇ, ਯਾਨੀ ਕਿ ਮੇਰੇ ਸੰਪਰਕ ਦੇ ਵਿੱਚ ਨੇ। ਤੇ ਪਰ ਦੇਖੋ, ਨਾਲ ਦੀ ਨਾਲ ਇੱਕ ਗੱਲ ਹੋਰ ਕਹਿ ਦਿੰਦੇ ਆ ਕਿ ਅਸੀਂ ਜੀ ਕੂੜਾ ਨਹੀਂ ਲੈਣਾ, ਸਾਨੂੰ ਤਾਂ ਵਧੀਆ ਬੰਦੇ। ਵੈਸੇ ਇੱਕ ਗੱਲ ਕੋਈ ਪੁੱਛਣ ਵਾਲਾ ਹੋਵੇ ਅਰਵਿੰਦ ਕੇਜਰੀਵਾਲ ਹੋਣਾ ਤੋਂ ਕਿ ਸਿਰਫ ਕੂੜੇ ਵਾਲੇ ਜਿਹੜੇ ਵਿਧਾਇਕ ਆ ਤੁਹਾਡੇ ਨਾਲ ਇਨ ਟੱਚ ਆ ਕਿ ਕੋਈ ਚੱਜਦਾ ਵੀ ਆ ਜਿਹੜਾ ਕੰਮਕਾਰ ਵਾਲਾ? ਇਹ ਗੱਲਾਂ ਅਕਸਰ ਤੁਸੀਂ ਦੇਖੋ ਜਿਹੜੇ ਇਹ ਲੀਡਰ ਆ ਉਹ ਜਾਣ ਬੁੱਝ ਕੇ ਇਦਾਂ ਦੀਆਂ ਗੱਲਾਂ ਫੈਲਾਉਂਦੇ ਆ। ਜਦੋਂ ਸਾਨੂੰ ਬਾਅਦ ਚ ਪਤਾ ਲੱਗਦਾ, ਪੁਰਾਣਾ ਇਤਿਹਾਸ ਫਰੋਲ ਕੇ ਦੇਖ ਲਓ, ਬਹੁਤ ਸਾਰੇ ਲੋਕ ਚੋਣਾਂ ਦੇ ਦੌਰਾਨ ਇਹ ਗੱਲਾਂ ਕਰਦੇ ਨੇ ਲੀਡਰ, ਲੇਕਿਨ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦਾ ਉਹ ਗੱਲ ਪ੍ਰੂਵ ਨਹੀਂ ਕਰ ਸਕਦੇ। ਇਹਨਾਂ ਦੀ ਗੱਲ ਕਿਸੇ ਨਾਲ ਟੈਲੀਫੋਨ ਤੇ ਵੀ ਨਹੀਂ ਹੋਈ ਹੁੰਦੀ, ਮਿਲਣ ਦੀ ਤਾਂ ਗੱਲ ਦੂਰ ਆ।
ਉਹੀ ਤੁਸੀਂ ਵੈਸੇ ਮੈਂ ਜੇ ਥੋੜਾ ਜਿਹਾ ਬਾਹਰ ਜਾ ਰਿਹਾ, ਸੋਨੂ ਸੂਦ ਦੀ ਗੱਲ ਲੈ ਲਓ, ਜਦੋਂ ਇਹ ਆਉਂਦੇ ਆ ਤੇ ਸੋਨੂ ਸੂਦ ਮੁੰਬਈ ਭੱਜ ਜਾਂਦੇ ਆ, ਉਹਨਾਂ ਹਾਂ ਦੀ ਜਿਹੜੀ ਭੈਣ ਆ ਮਾਲਵਿਕਾ ਉਹ ਵੀ ਨਹੀਂ ਮਿਲਦੀ। ਸੋ ਕਹਿਣ ਦਾ ਮਤਲਬ ਵੀ ਇਹ ਜਿਹੜੀਆਂ ਜੋ ਜੱਗ ਨੂੰ ਦਿਖਾਉਣ ਵਾਲੀਆਂ ਗੱਲਾਂ ਹੁੰਦੀਆਂ ਉਹ ਹੋਰ ਹੁੰਦੀਆਂ, ਅੰਦਰਲੀਆਂ ਗੱਲਾਂ ਹੋਰ ਹੁੰਦੀਆਂ। ਲੇਕਿਨ ਆਪਾਂ ਜਿਹੜਾ ਤੁਹਾਡਾ ਬੇਸਿਕ ਸਵਾਲ ਚੱਕਿਆ ਸੀ ਕਿ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਨਸੂਆਂ ਲਾਈਆਂ ਜਾ ਰਹੀਆਂ ਸੀ, ਇਹ ਡਰ ਬਣਾਇਆ, ਉਹ ਬਿਲਕੁਲ ਬਰਕਰਾਰ ਆ। ਔਰ ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਣ, ਸੁਖਦੇਵ ਸਿੰਘ ਢੀਂਡਸਾ ਹੋਣ, ਰਣਜੀਤ ਸਿੰਘ ਬਰਮਪੁਰਾ, ਇਹ ਸਾਰੇ ਇਕੱਠੇ ਹੀ ਆ, ਜਾਂ ਹੋਰ ਬਹੁਤ ਸਾਰੀਆਂ ਆਪਸ਼ਨ, ਜਿਹੜੇ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਨੇ ਰੰਧਾਵਾ ਜੀ, ਉਹਨਾਂ ਕੋਲੇ ਕੋਈ ਆਪਸ਼ਨ ਬਚੂਗਾ ਵੀ ਕੀ? ਉਹ ਜਾਣਗੇ ਵੀ ਕਿੱਧਰ? ਆਖਿਰਕਾਰ ਉਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਮੂੰਹ ਦਿਖਾਉਣਾ, ਚਿਹਰਾ ਦਿਖਾਉਣਾ, ਜਿਨ੍ਹਾਂ ਦੇ ਵਿੱਚ ਉਹ ਦੰਦ ਲਾਉਂਦੇ ਫਿਰਦੇ ਆ ਕਿ ਅਸੀਂ ਤਾਂ ਵਿਧਾਇਕ ਆ ਜਾਂ ਬਣਾਂਗੇ ਵਿਧਾਇਕ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਿਲਕੁਲ ਠੀਕ ਆ। ਹਾਂ, ਇਸ ਗੱਲ ਦਾ ਬੜਾ ਸਾਰਿਆਂ ਨੂੰ ਆਪਾਂ ਨੂੰ ਇੰਤਜ਼ਾਰ ਰਹੇਗਾ ਕਿ ਉਹ ਕਿੰਨਾ ਕੁ ਨੁਕਸਾਨ ਆਪਣੀ ਪਾਰਟੀ ਦਾ ਕਰ ਸਕਦੇ ਆ। ਪਿਛਲੇ ਦਿਨਾਂ 'ਚ ਆਪਾਂ ਇਸ ਗੱਲ ਤੇ ਅੱਗੇ ਹੋਰ ਵੀ ਵਧਾਂਗੇ, ਚਾਹੇ ਕਾਂਗਰਸ ਪਾਰਟੀ ਲੈ ਲਓ, ਜੇ ਨੈਸ਼ਨਲ ਲੈਵਲ ਤੇ ਤੁਸੀਂ ਦੇਖੋ, ਜਿਵੇਂ ਅਸ਼ੋਕ ਤੰਵਰ ਉਹਨਾਂ ਦੇ ਹਰਿਆਣੇ ਦੇ ਇੱਕ ਵੱਡੇ ਲੀਡਰ, ਉਹ ਜਾ ਕੇ ਤ੍ਰਿਣਮੂਲ ਕਾਂਗਰਸ 'ਚ ਮਿਲ ਜਾਂਦੇ ਨੇ। ਕੀਰਤੀ ਆਜ਼ਾਦ ਜਿਹੜੇ ਦਿੱਲੀ ਤੋਂ ਨੇ, ਉਹ ਜਾ ਕੇ ਤ੍ਰਿਣਮੂਲ ਕਾਂਗਰਸ 'ਚ ਮਿਲ ਜਾਂਦੇ ਨੇ, ਤੇ ਫਿਰ ਕਾਂਗਰਸ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ। ਤੇ ਫਿਰ ਮਨੀਸ਼ ਤਿਵਾੜੀ ਦੀ ਕਿਤਾਬ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਇਆ, ਇਸ ਤੇ ਵੀ ਜੇ ਤੁਸੀਂ ਗੱਲ ਕਰਨੀ ਹੋਈ ਆਪਾਂ ਕਰ ਸਕਦੇ ਹਾਂ। ਤੇ ਇਹ ਸਾਰੀਆਂ ਗੱਲਾਂ ਕਿਸ ਪਾਸੇ ਨੂੰ ਜਾਂਦੀਆਂ? ਤੇ ਅੱਗੇ ਹੋਰ ਆਓ, ਸੁਨੀਲ ਜਾਖੜ ਹੁਣ ਉਹਨਾਂ ਨੂੰ ਹਰਾਉਣ ਦੀਆਂ, ਮਨਾਉਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਹੈ ਕਿ ਕਿਤੇ ਇਹ ਨਾ ਭੱਜ ਜਾਣ, ਕਿਉਂਕਿ ਜੋ ਉਹਨਾਂ ਦੇ ਬਿਆਨ ਪਿਛਲੇ ਦਿਨਾਂ ਤੋਂ ਲਗਾਤਾਰ ਕਾਂਗਰਸ ਦੇ ਵਿਰੁੱਧ ਆ ਰਹੇ ਆ। ਸੋ ਸਾਰੀਆਂ ਪਾਰਟੀਆਂ ਨੂੰ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਦੇ ਪਹਿਲਾਂ ਹੀ ਤੁਹਾਨੂੰ ਪਤਾ ਕਿੰਨੇ ਖਿਲਰੇ ਫਿਰਦੇ ਆ ਜਿੰਨੇ ਇਹਨਾਂ ਦੇ ਵਿਧਾਨ ਸਭਾ ਦੇ MLA ਆ। ਉਹ ਇਸ ਕਰਕੇ ਆਪਾਂ ਨੂੰ ਇਹ ਕਹਿਣਾ ਜ਼ਰੂਰੀ ਆ, ਔਰ ਇਹ ਕਹਿਣ ਤੇ ਆਪਾਂ ਨੂੰ ਵਿਚਾਰ ਕਰਨਾ ਵੀ ਚਾਹੀਦਾ, ਔਰ ਖਾਸ ਤੌਰ ਤੇ ਇਹਨਾਂ ਪਾਰਟੀਆਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਇਹ ਆਪਣਾ ਕੁਨਬਾ, ਆਪਣੇ ਵਿਧਾਇਕ ਜਾਂ ਆਪਣੇ ਪਾਰਟੀ ਦੇ ਜਿੰਨੇ ਵੀ ਆਗੂ ਆ, ਉਹਨਾਂ ਨੂੰ ਇਕੱਠਾ ਕਰਕੇ ਕਦੋਂ ਤੱਕ ਰੱਖਣਗੇ। ਜਿੱਦਾਂ ਹੀ ਟਿਕਟਾਂ ਦੀ ਵੰਡ ਹੋਣੀ ਹੈ, ਜਿਹੜੇ ਨਾਰਾਜ਼ ਹੋਣਗੇ ਲੀਡਰ, ਉਹ ਕਿਸੇ ਨਾ ਕਿਸੇ ਪਾਸੇ ਨੂੰ ਤਾਂ ਭੱਜਣਗੇ। ਬਹੁਤ ਘੱਟ ਇਸ ਤਰ੍ਹਾਂ ਦੇ ਲੋਕ ਰਹਿ ਗਏ ਆ ਜਿਹੜੇ ਕਹਿੰਦੇ ਆ ਟਿਕਟ ਮਿਲੇ ਜਾਂ ਨਾ ਮਿਲੇ, ਸਾਡੀ ਜਿਹੜੀ ਨਿਸ਼ਚਾ ਜਾਂ ਸਾਡੀ ਜਿਹੜੀ ਨਿਸ਼ਠਾ, ਉਹ ਇਸੇ ਪਾਰਟੀ ਦੇ ਨਾਲ ਰਹੂਗੀ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਤੁਸੀਂ ਜਾਖੜ ਸਾਹਿਬ ਦਾ ਜ਼ਿਕਰ ਕੀਤਾ। ਅਸੀਂ 2 ਦਿਨ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਉਹਨਾਂ ਦੀ ਨਾਰਾਜ਼ਗੀ ਇਹਨਾਂ ਲਈ ਮਾਰੂ ਸਾਬਤ ਹੋਊਗੀ, ਔਰ ਸੁਨੀਲ ਜਾਖੜ ਵੱਡੇ ਆਗੂ ਨੇ, ਉਹਨਾਂ ਦਾ ਹਿੰਦੂ ਨਜ਼ਰੀਆ, ਜਿਹੜਾ ਹਿੰਦੂ ਨੁਮਾਇੰਦਗੀ ਆ, ਉਹ ਕਾਂਗਰਸ ਤੇ ਭਾਰੀ ਪੈ ਸਕਦੀ ਆ। ਤੇ ਹੁਣ ਅੱਜ ਇੱਕ ਵੱਡੀ ਅਖਬਾਰ ਨੇ ਤਸਦੀਕ ਕੀਤੀ ਇਸ ਗੱਲ ਦੀ ਕਿ ਉਹ ਵਾਪਰ ਰਿਹਾ, ਉਹਨਾਂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਰਿਹਾ। ਅਸੀਂ ਕਿਉਂਕਿ ਸਮਾਂ ਰਹਿੰਦਿਆਂ ਇਹਨਾਂ ਚੀਜ਼ਾਂ ਤੇ ਨਜ਼ਰ ਰੱਖਦੇ ਹਾਂ, ਔਰ ਜੋ ਆਲੇ ਦੁਆਲੇ 'ਚ ਵਾਪਰਿਆ ਹੁੰਦਾ, ਫਿਰ ਉਸ ਤੋਂ ਅੱਗੇ ਇਹਨਾਂ ਚੀਜ਼ਾਂ ਨੂੰ ਹੋਰ ਸਰਚ ਕੀਤਾ ਜਾਂਦਾ ਹੈ, ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਅਸਲੀਅਤਾਂ ਨੇ ਉਹਦਾ ਵੀ ਦੁਬਾਰਾ ਜ਼ਿਕਰ ਕਰਨਾ ਬਣਦਾ। ਤੁਸੀਂ ਠੀਕ ਕਹਿੰਦੇ ਹੋ, ਜਾਖੜ ਵਰਗਾ ਬੰਦਾ ਇੱਕ ਸਧਾਰਨ MLA ਤੋਂ ਵੱਡੀ ਅਹਿਮੀਅਤ ਵਾਲਾ ਹੈ, ਤੇ ਜੇ ਉਹਨੂੰ ਐਡਜਸਟ ਕੀਤਾ ਜਾਂਦਾ, ਉਹਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਲਾਇਆ ਜਾਂਦਾ, ਜਾਂ ਉਹਨੂੰ ਕਿਸੇ ਹੋਰ ਵੱਡੇ ਪੱਧਰ ਤੇ ਐਡਜਸਟ ਕੀਤਾ ਜਾਂਦਾ ਹੈ, ਤਾਂ ਪੰਜਾਬ ਦੇ ਵਿੱਚ ਸੱਤਾ ਦੇ ਕੇਂਦਰ ਹੋਰ ਵਧਣਗੇ। ਆਉਂਦੀ ਇਲੈਕਸ਼ਨ ਤੋਂ ਬਾਅਦ ਬਣਨ ਵਾਲੇ ਸਮੀਕਰਨ ਕਾਂਗਰਸ ਲਈ ਹੋਰ ਟੇਢੇ ਹੋਣਗੇ। ਨਵਜੋਤ ਸਿੰਘ ਸਿੱਧੂ ਦਾ ਟੇਢਾਪਣ ਅੱਗੇ ਨਾਲੋਂ ਵੱਧ ਜਾਊਗਾ। ਹੁਣ ਜੇਕਰ ਤੁਸੀਂ ਸਰਵੇ ਤੇ ਜਾਓਗੇ, ਜੇ ਸਿੱਧੇ ਸਿੱਧੂ ਇਹ ਮੰਨਣ ਲਈ ਤਿਆਰ ਹੋ ਗਏ ਕਿ ਮੈਂ ਤਾਂ ਉਹਨਾਂ ਨੂੰ ਹੀ ਟਿਕਟ ਰਿਕਮੈਂਡ ਕਰਨੀ ਹੈ ਜਿਨ੍ਹਾਂ ਦੇ ਹੱਕ 'ਚ ਸਰਵੇ ਹੈ, ਜਾਂ ਜਿਨ੍ਹਾਂ ਦੇ ਖਿਲਾਫ ਸਰਵੇ, ਉਹਨਾਂ ਦੀ ਟਿਕਟ ਨਹੀਂ ਦੇਣੀ, ਤਾਂ ਫਿਰ ਇਹ ਬਹੁਤ ਵੱਡਾ ਸੰਕਟ ਖੜਾ ਹੋਊਗਾ। ਲਾਸਟ ਮੂਮੈਂਟ ਤੇ ਜਦੋਂ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ, ਸਿਟਿੰਗ MLA ਦੀ ਜਾਂ ਹਲਕਾ ਇੰਚਾਰਜ ਦੀ, ਤੇ ਉਹ 5, 7, 10,000 ਵੋਟ ਤੱਕ ਮਾਰ ਕਰਦਾ ਹੈ। ਜੇ ਉਹ ਆਪਣੇ ਸਾਧਨ ਵਰਤ ਦਿੰਦਾ ਹੈ, ਪੈਸੇ ਚੰਗੇ ਲਾ ਦਿੰਦਾ, ਜਿਵੇਂ ਪਿਛਲੇ 2012 ਚ ਹੋਇਆ ਸੀਗਾ, ਤੇ ਉਹ ਉਸ ਪਾਰਟੀ ਦੇ ਜਿਹੜੇ ਵੱਟੇ ਪਾ ਦਿੰਦਾ, ਉਹਦੀ ਜਿੱਤਣ ਦੀ ਸੰਭਾਵਨਾ ਲਗਭਗ ਮੁਕਾ ਹੀ ਦਿੰਦਾ। ਕਾਂਗਰਸ ਲਈ ਇਹ ਸਭ ਤੋਂ ਵੱਡਾ ਸੰਕਟ ਹੈ, ਅਕਾਲੀ ਦਲ ਤੇ ਇਹ ਦੂਜੇ ਨੰਬਰ ਦਾ ਸੰਕਟ ਹੈ। ਪਰ ਇਹ ਸਭ ਦੇ ਦਰਮਿਆਨ ਦੇ ਵਿੱਚ ਜਿਹੜੀ ਆਪਸੀ ਕਸ਼ਮਕਸ਼ ਹੈ, ਹੁਣ ਲੜਾਈ ਅਕਾਲੀ ਕਾਂਗਰਸੀ ਜਾਂ ਕਾਂਗਰਸੀ ਆਮ ਆਦਮੀ ਪਾਰਟੀ ਦੀ ਨਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਵਧੀ ਹੋਈ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਜਦੋਂ ਚੰਨੀ ਹਮਲਾ ਕਰਦੇ ਆ, ਤਾਂ ਉਹ ਮੋੜਵਾਂ ਵਾਰ ਕਰਦੇ ਆ। ਤੇ ਸਿਟੀ ਸੈਂਟਰ ਘੁਟਾਲੇ 'ਚ ਮੈਂ ਤਾਂ ਦਹਾਕਿਆਂ ਤੱਕ ਕੇਸ ਲੜਿਆ, ਸਾਲਾਂ ਤੱਕ ਕੇਸ ਲੜਿਆ ਕੋਰਟਾਂ 'ਚ ਬਾਦਲਾਂ ਦੇ ਨਾਲ। ਤੁਸੀਂ ਤਾਂ ਪੈਂਦਿਆਂ 'ਚ ਮਾਫੀ ਮੰਗ ਗਏ। ਉਹ ਸਿੱਧਾ ਕਹਿੰਦਾ ਜੁਰਤ ਤਾਂ ਕਹੋ ਕਿ ਮੈਂ ਆਪਣੇ ਭਰਾ ਲਈ ਮਾਫੀ ਨਹੀਂ ਮੰਗੀ, ਬਾਦਲਾਂ ਨਾਲ ਸਮਝੌਤਾ ਨਹੀਂ ਕੀਤਾ। ਪਰ ਜਿਹੜੀ ਦਿਲਚਸਪ ਗੱਲ ਆ, ਉਹ ਸ਼ੀਸ਼ੇ ਦੇ ਘਰਾਂ ਵਾਲੀ ਆ। ਤੇ ਸਿਸਵਾ ਜਾ ਕੇ ਵੇਖ ਲਿਓ, ਸ਼ੀਸ਼ੇ ਵਾਹਵਾ ਨੇ। ਇਸ ਕਰਕੇ ਸੇਫ ਗੇਮ ਖੇਡਣੀ ਚਾਹੀਦੀ ਆ। ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਖੇਡੀ। ਕੀ ਹੋਇਆ ਜੇ ਮਗਰਲੇ 6 ਮਹੀਨੇ ਅਗਲਿਆਂ ਮੁੱਦਾ ਕਰਤਾ? 4.5 ਸਾਲ ਤਾਂ ਆਨੰਦ ਲਏ, ਪਰ ਉਹ ਆਨੰਦ 4.5 ਸਾਲ ਬਾਅਦ ਖੁਰ ਗਿਆ। ਜੇ ਚੁੱਪ ਕਰਕੇ ਕੈਪਟਨ ਸਾਹਿਬ ਭਾਣਾ ਮੰਨ ਲੈਂਦੇ, ਫਿਰ ਤੇ ਮੰਨਿਆ ਵੀ ਚਲੋ ਜਿੰਨਾ ਆਨੰਦ ਲਿਆ। ਲੇਕਿਨ ਉਹ ਕਹਿੰਦੇ ਨਾ,
ਹੁਣ ਸ਼ਰੀਕ ਡੂੰਘੇ ਪਾਣੀ 'ਚ ਖੜਨੇ, ਕੀ ਕਹਿੰਦੇ ਹੋ? ਰੰਧਾਵਾ ਜੀ, ਤੁਸੀਂ ਉਹ ਗੱਲ ਛੇੜੀ ਆ, ਸ਼ਾਇਦ ਜਿਹੜੇ ਚਰਨਜੀਤ ਸਿੰਘ ਚੰਨੀ ਕਦੇ ਵੀ ਨਹੀਂ ਚਾਹੁੰਦੇ ਸੀ ਇਹ ਗੱਲ ਕੋਈ ਬਾਹਰ ਆਵੇ। ਇਸ ਜੀ ਤੋਂ ਪਹਿਲਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ, ਇਸ ਤੋਂ ਪਹਿਲਾਂ ਯਾਦ ਕਰੋ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹੀ ਗੱਲ ਕਹੀ ਸੀ ਕਿ ਚਰਨਜੀਤ ਸਿੰਘ ਚੰਨੀ ਉਹੀ ਨੇ ਜੋ ਸਾਡੇ ਕੋਲ ਆਉਂਦੇ ਹੁੰਦੇ ਸੀ ਤੇ ਆਪਣੇ ਭਰਾ ਖਾਤਰ ਸਾਡੇ ਕੋਲੋਂ ਚਾਹੁੰਦੇ ਸੀ ਕਿ ਅਸੀਂ ਉਹਨਾਂ ਦੀ ਮਦਦ ਕਰੀਏ। ਲੇਕਿਨ ਅੱਜ ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਉਹਨਾਂ ਨੇ ਇੰਨੀ ਖੁੱਲ ਕੇ ਗੱਲ ਨਹੀਂ ਸੀ ਕੀਤੀ, ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਖੁੱਲ ਕੇ ਗੱਲ ਨਹੀਂ ਕੀਤੀ ਨਹੀਂ ਹੈ। ਨਹੀਂ ਨਹੀਂ ਉਹ ਨਹੀਂ ਕਹਿੰਦੇ ਬਿਕਰਮ ਸਿੰਘ ਮਜੀਠੀਏ ਦੇ ਸ਼ਬਦਾਂ 'ਚ ਹੀ ਜੇ ਕਹਿਣਾ ਹੋਵੇ ਤੇ ਉਹ ਕਹਿੰਦੇ ਸੀ ਮੈਂ ਚੰਨੀ ਨੂੰ ਉਹਦੇ ਭਰਾ ਲਈ ਸੁਖਬੀਰ ਜੀ ਕੋਲ ਲੈ ਕੇ ਜਾਂਦਾ ਰਿਹਾ। ਯੈਸ, ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਇਹੀ ਗੱਲ ਸੀ। ਜੀ ਤੇ ਹੁਣ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਭਰਾ ਮਨਮੋਹਨ ਸਿੰਘ, ਉਹਨਾਂ ਦਾ ਨਾਂ, ਉਹ ਸੁਪਰਡੈਂਟ ਇੰਜੀਨੀਅਰ ਨੇ ਲੋਕਲ ਗਵਰਨਮੈਂਟ, ਸਥਾਨਕ ਜਿਹੜੀ ਸਰਕਾਰਾਂ ਹੁੰਦੀਆਂ ਉਸ ਮਹਿਕਮੇ ਦੇ ਵਿੱਚ। ਤੇ ਸਨ 2007 ਦੇ ਵਿੱਚ ਇਹ ਜਦੋਂ ਸਿਟੀ ਸੈਂਟਰ ਘੁਟਾਲਾ ਆਉਂਦਾ ਤੇ ਉਹਨਾਂ ਦਾ ਨਾਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਉਹਨਾਂ ਦਾ ਨਾਮ ਵੱਜਦਾ, ਉਹ ਬਰਾਬਰ ਦੇ ਦੋਸ਼ੀ ਮੰਨੇ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਮੈਂ ਤਾਂ 13 ਸਾਲ ਇਹ ਕੇਸ ਲੜਦਾ ਰਿਹਾ, ਲੇਕਿਨ ਇਹ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਆਉਂਦੀ ਹੈ ਤੇ ਭਾਜਪਾ ਦੀ, ਤੇ ਨਾਲ ਦੀ ਨਾਲ ਹੀ ਉਹਨਾਂ ਕੋਲੇ ਪਹੁੰਚ ਜਾਂਦੇ ਨੇ ਆਪਣੇ ਭਰਾ ਦੀ ਖਾਤਰ ਤੇ ਉਹਨਾਂ ਨਾਲ ਸਮਝੌਤਾ ਕਰ ਲੈਂਦੇ ਨੇ। ਮੈਨੂੰ ਕਹਿੰਦੇ ਨੇ ਸਮਝੌਤਾ ਕਰ ਲਿਆ, ਪਹਿਲਾਂ ਤੁਸੀਂ ਤਾਂ ਖੋਲ ਕੇ ਦੱਸੋ ਸਮਝੌਤਾ ਕੀਤਾ ਕਿਸ ਨੇ ਆ। ਸੋ ਇਹ ਜਿਹੜੀਆਂ ਗੱਲਾਂ, ਮੈਨੂੰ ਲੱਗਦਾ ਜਿਹੜੇ ਆਪਸੀ ਵਾਦ ਵਿਵਾਦ ਆ, ਆਪਸੀ ਵਿਰੋਧ ਆ, ਇਹਦੇ ਨਾਲ ਇੱਕ ਗੱਲ ਤਾਂ ਚੰਗੀ ਹੁੰਦੀ ਹੈ ਰੰਧਾਵਾ ਜੀ, ਬਹੁਤ ਕੁਝ ਜਿਹੜਾ ਸਾਡੇ ਲੋਕਾਂ ਦੇ ਅੱਖਾਂ ਸਾਹਮਣੇ ਨਹੀਂ ਆਉਂਦਾ, ਉਹ ਫਿਰ ਇਸ ਤਰ੍ਹਾਂ ਦੇ ਵਾਦ ਵਿਵਾਦਾਂ ਚੋਂ ਸਾਹਮਣੇ ਆਉਂਦਾ। ਫੇਰ ਪਤਾ ਲੱਗਦਾ ਕਿ ਜਦੋਂ ਕੋਈ ਕਹਿੰਦਾ ਕਿ ਰਾਜਨੀਤੀ ਕਿੰਨੀ ਗੰਦਲੀ ਆ, ਰਾਜਨੀਤੀ ਦੇ ਵਿੱਚ ਵੜ ਕੇ ਦੇਖੋ ਕਿੰਨਾ ਚਿੱਕੜ ਆ, ਤੇ ਫਿਰ ਵਾਕਿਆ ਪਤਾ ਲੱਗਦਾ ਕਿ ਇਹ ਸਾਰੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਰਲੇ ਮਿਲੇ ਆ, 75-25 ਦੀ ਗੱਲ ਨਹੀਂ, ਆਪਸ ਦੇ ਵਿੱਚ ਇੰਨੇ ਕੁ ਰਲੇ ਮਿਲੇ ਆ ਕਿ ਪਤਾ ਹੀ ਨਹੀਂ ਲੱਗਦਾ ਕੌਣ ਕਿਹੜਾ। ਤੇ ਹੁਣ ਸਿਰਫ ਇਹੀ ਪਤਾ ਲੱਗਦਾ ਜਦੋਂ ਨਿਸ਼ਾਨ ਆਉਂਦਾ ਇਹਨਾਂ ਪਾਰਟੀਆਂ ਦਾ ਕਿ ਸ਼ਾਇਦ ਇਹ ਇਸ ਪਾਰਟੀ ਨਾਲ ਹਜੇ ਤੱਕ ਜੁੜਿਆ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਗੱਲਾਂ ਪਤਾ ਵੀ ਲੱਗਣੀ ਚਾਹੀਦਾ, ਔਰ ਇਹਨਾਂ ਦੇ ਚਿਹਰੇ ਜਿਹੜੇ ਆ ਉਹ ਬੇਨਕਾਬ ਹੋਣੇ ਵੀ ਜ਼ਰੂਰੀ ਆ। ਲੇਕਿਨ ਜੇਕਰ ਤੁਸੀਂ ਇਸ ਲੜਾਈ, ਕਾਂਗਰਸ ਦੀ ਲੜਾਈ ਦਾ ਮੁੱਢ ਵੇਖੋ ਤੇ ਜਿਹੜਾ ਖੁੱਲ ਕੇ ਵੱਜਾ ਸੀਗਾ ਉਹ ਉਸ ਜੱਜਮੈਂਟ ਤੋਂ ਵੱਜਾ ਸੀ, ਮਾਣਯੋਗ ਅਦਾਲਤ ਦੀ, ਹਾਈ ਕੋਰਟ ਦੀ, ਜਿਹਦੇ ਵਿੱਚ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਵਾਲੀ SIT ਖਾਰਜ ਕਰਤੀ, ਜਾਂਚ ਰੱਦ ਕਰਤੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਿਸ਼ਾਨੇ ਤੇ ਆਏ ਮਾਝਾ ਬ੍ਰਿਗੇਡ ਦੇ, ਤੇ ਫਿਰ ਹਾਈ ਕਮਾਂਡ ਨੇ ਉਹਨਾਂ ਨੂੰ ਫੈਸਲਾ ਲਿਆ 4 ਮਹੀਨੇ ਦੀ ਕਵਾਇਦ ਬਾਅਦ ਲਾਤੇ ਗਏ, 6 ਮਹੀਨੇ ਜਾਂ 5 ਮਹੀਨੇ ਲਾ ਲਓ। ਹੁਣ ਇਸੇ ਤਰ੍ਹਾਂ ਦਾ ਇੱਕ ਹੋਰ ਫੈਸਲਾ ਜਿਹੜਾ ਸੱਚਮੁੱਚ ਪੰਜਾਬ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਵਾਲਾ, ਰਾਜਾ ਵੜਿੰਗ ਨੇ ਜਿਹੜੀ ਆਪਣੀ ਮਾਲਵਾ ਖਿੱਤੇ ਦੀ ਲੜਾਈ ਸੀ ਬਾਦਲਾਂ ਦੇ ਖਿਲਾਫ, ਆਪਣੇ ਗਿੱਦੜਬਾਏ ਵਾਲੇ ਵਿਧਾਇਕ ਸਾਬਕਾ ਦੇ ਖਿਲਾਫ ਜਾਂ ਹਲਕਾ ਇੰਚਾਰਜ ਅਕਾਲੀ ਦਲ ਦੇ ਖਿਲਾਫ, ਹਾਈ ਕੋਰਟ ਨੇ ਉਹਨੂੰ ਸਿਰਿਓਂ ਰੱਦ ਕਰਤਾ, ਜੋ ਕੁਝ ਵੀ ਰਾਜਾ ਵੜਿੰਗ ਨੇ ਹੁਣ ਤੱਕ ਐਕਸ਼ਨ ਲਏ ਸੀ। ਇਸ ਤੋਂ ਪਹਿਲਾਂ ਸਟੇਟ ਟਰਾਂਸਪੋਰਟ ਕਮਿਸ਼ਨਰ ਇੱਕ ਦਿਨ ਪਹਿਲਾਂ ਹੀ ਇਹਨਾਂ ਕਨਸੋਆਂ ਦੇ ਚਲਦਿਆਂ ਬੰਦ ਕੀਤਾ ਸੀ ਕਿ ਉਹ ਪੁਰਾਣੇ ਖਿਲਾੜੀਆਂ ਨਾਲ ਰਲਿਆ ਹੋਇਆ। ਹੁਣ ਜਦੋਂ ਹਾਈ ਕੋਰਟ ਦੇ ਵਿੱਚ ਇੱਕ ਵਾਰੀ ਫਿਰ ਗਵਰਨਮੈਂਟ ਨੂੰ ਮੂੰਹ ਦੀ ਖਾਣੀ ਪਈ ਆ, ਉਹਨਾਂ ਦੇ ਕਾਨੂੰਨੀ ਵਿਭਾਗ ਤੇ ਵੀ ਪ੍ਰਸ਼ਨ ਉੱਠੇ ਹੋਣਗੇ, ਉਸ ਆਧਾਰਾਂ ਤੇ ਵੀ ਉੱਠੇ ਹੋਣਗੇ ਜਿਨ੍ਹਾਂ ਆਧਾਰਾਂ ਤੇ ਰਾਜਾ ਵੜਿੰਗ ਨੇ ਇਹ ਰੱਦ ਕੀਤੇ ਪਰਮਿਟ, ਔਰ ਜਿਨ੍ਹਾਂ ਆਧਾਰਾਂ ਤੇ ਜਿਹੜੀਆਂ ਆਰਬਿਟ ਬੱਸਾਂ ਨੂੰ ਫੜਿਆ। ਹੁਣ ਕੀ ਕਾਹਲੀ ਚ ਕੀਤੇ ਜਾਂਦੇ ਫੈਸਲੇ ਦੇਰ ਸਵੇਰ ਤੁਹਾਡਾ ਮੂੰਹ ਚੜਾਉਂਦੇ ਨੇ? ਕਾਹਲੀ ਚ ਕੀਤੇ ਗਏ ਫੈਸਲੇ ਸਰਕਾਰਾਂ ਦਾ ਅਕਸ ਵਿਗਾੜ ਦਿੰਦੇ ਨੇ? ਕਾਹਲੀ ਚ ਲਏ ਗਏ ਫੈਸਲੇ ਸੱਚਮੁੱਚ ਵੰਡੈਟਾ ਪੋਲਿਟਿਕਸ ਵਿੱਚ ਗਿਣੇ ਜਾਂਦੇ ਨੇ? ਮੈਨੂੰ ਉਹ ਜਿਹੜੀ ਜੱਜਮੈਂਟ ਆ ਉਹਦੇ ਉੱਤੇ ਦੱਸਿਓ ਵੀ ਕੀ ਕੀ ਵਾਪਰਿਆ। ਹਾਲਾਂਕਿ ਅਸੀਂ ਜੱਜਮੈਂਟ ਦੇ ਉੱਪਰ ਕੋਈ ਟਿੱਪਣੀ, ਉਹਦੇ ਖਿਲਾਫ ਨਹੀਂ ਜਾ ਸਕਦੇ, ਉਹਦੇ ਖਿਲਾਫ ਟਿੱਪਣੀ ਨਹੀਂ ਕਰ ਸਕਦੇ, ਲੇਕਿਨ ਅਸੀਂ ਉਸ ਜੱਜਮੈਂਟ ਨੂੰ ਡਿਸਕਸ ਕਰ ਸਕਦੇ ਹਾਂ ਜਿੰਨਾ ਮੈਨੂੰ ਲੱਗਦਾ ਸਾਡਾ ਅਖਤਿਆਰ ਆ। ਜੀ ਰੰਧਾਵਾ ਜੀ, ਇਹਨਾਂ ਸਾਰੀ ਗੱਲਾਂ ਨੂੰ ਦੇਖ ਕੇ ਸਭ ਤੋਂ ਪਹਿਲਾਂ ਇੱਕ ਦੇਖੀਏ ਕਿ ਟਾਈਮਿੰਗ ਕੀ ਆ। ਟਾਈਮਿੰਗ ਸਾਡੀ ਹੈ ਜਦੋਂ ਲਗਭਗ ਸਿਰਫ ਮਹੀਨੇ 2 ਮਹੀਨੇ ਚੋਣਾਂ ਨੂੰ ਰਹਿ ਜਾਂਦੇ ਆ। ਇਹੀ ਜਿਹੜੀ ਕਾਰਵਾਈ ਆ ਜੇ ਸ਼ੁਰੂ ਤੋਂ ਹੋਈ ਹੁੰਦੀ ਤੇ ਨਾ ਹਾਈ ਕੋਰਟ ਨੂੰ ਇੰਟਰਵੀਨ ਕਰਨਾ ਪੈਂਦਾ, ਨਾ ਉਹ ਇੰਨਾ ਸਖਤੀ ਨਾਲ ਸਰਕਾਰ ਦੇ ਖਿਲਾਫ ਫੈਸਲਾ ਦਿੰਦੀ। ਹਾਲਾਂਕਿ ਜਿਹੜੇ ਨਵੇਂ AG ਆ DS ਪਟਵਾਲੀਆ ਸਾਹਿਬ, ਉਹ ਵੀ ਇਸ ਕੇਸ 'ਚ ਪੇਸ਼ ਹੋਏ ਸੀ। ਗੱਲ ਦਰਅਸਲ ਉਹੀ ਆ ਕਿ ਅਖੀਰ ਤੇ ਆ ਕੇ ਤੁਹਾਡੇ ਤੇ ਪ੍ਰੈਸ਼ਰ ਇੰਨਾ ਕਿ ਜਿੰਨੀ ਦੇਰ ਤੱਕ ਤੁਸੀਂ ਬਾਦਲਾਂ ਦੇ ਖਿਲਾਫ ਜਾਂ ਇਸ ਤਰ੍ਹਾਂ ਦੀ ਕੋਈ 18 ਨੁਕਾਤੀ ਪ੍ਰੋਗਰਾਮ ਜਾਂ 13 ਨੁਕਾਤੀ, ਜਿੰਨੇ ਵੀ ਨੁਕਾਤੀ ਪ੍ਰੋਗਰਾਮ ਹੋਣ, ਇੱਕੋ ਦਮ ਤੁਸੀਂ ਫੈਸਲੇ ਲੈਣੇ ਸ਼ੁਰੂ ਕਰ ਦਿੰਦੇ ਹੋ, ਤੁਹਾਡੇ ਕੋਲ ਸਮਾਂ ਹੈ ਨਹੀਂ। ਤੇ ਫੇਰ ਚਾਹੇ ਆਰਬਿਟ ਦੀਆਂ ਬੱਸਾਂ ਹੋਣ, ਚਾਹੇ ਨਿਊ ਦੀਪ ਜਿਹੜੀ ਸਰਵਿਸ ਆ ਬੱਸ ਸਰਵਿਸ, ਉਹਨਾਂ ਦੀਆਂ ਬੱਸਾਂ ਹੋਣ, ਜ਼ਿਆਦਾਤਰ ਵਿਰੋਧੀਆਂ ਦੀਆਂ ਬੱਸਾਂ ਜਦੋਂ ਵੀ ਰਾਜਾ ਵੜਿੰਗ ਆਉਂਦੇ ਸੀ ਤੇ ਉਹ ਦੱਸਦੇ ਸੀ ਕਈ ਤਰ੍ਹਾਂ ਦੇ ਉਹ ਨਾਮ ਉਹਨਾਂ ਟਰਾਂਸਪੋਰਟ ਕੰਪਨੀਆਂ ਦੇ ਗਣਾਉਂਦੇ ਸੀ। ਲੇਕਿਨ
ਹੁਣ ਜਿਹੜੀ ਗੱਲ ਸਾਹਮਣੇ ਆਈ ਹੈ, ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ, ਉਹ ਕਹਿੰਦੇ ਜੀ ਅਸੀਂ ਟੈਕਸ ਭਰ ਦਿੱਤਾ, ਸਾਡੇ ਪਰਮਿਟ ਜਿਹੜੇ ਆ ਉਹ ਕੈਂਸਲ ਨਾ ਕੀਤੇ ਜਾਣ ਤੇ ਸਾਡੇ ਪਰਮਿਟ ਸਾਨੂੰ ਦਵਾਏ ਜਾਣ। ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਮਹੀਨੇ ਦੀਆਂ ਕਿਸ਼ਤਾਂ ਬੰਨ ਕੇ ਜਿਹੜੇ ਬਾਕੀ ਬੱਚੇ ਆ ਬਕਾਇਆ ਉਹ ਵੀ ਅਸੀਂ ਪੇ ਕਰ ਦਾਂਗੇ, ਤੇ ਇਸ ਕਰਕੇ ਇਹ ਜਿੰਨੀ ਕਾਰਵਾਈ ਹੈ ਇਹ ਸਾਰੀ ਬਦਲੇ ਦੀ ਕਾਰਵਾਈ ਆ, ਇਹ ਇੱਕ ਤਰ੍ਹਾਂ ਦੀ ਵੈਂਡੇਟਾ ਪੋਲਿਟਿਕਸ ਆ। ਹਾਈ ਕੋਰਟ ਨੇ ਇਸ ਚੀਜ਼ ਨੂੰ ਸੁਣਿਆ ਔਰ ਉਹਨਾਂ ਨੇ ਕਿਹਾ ਕਿ ਇੱਕੋ ਦਮ ਇਹਨਾਂ ਦੀ ਬੱਸ ਸਰਵਿਸ ਦਾ ਬਹਾਲ ਕੀਤੀਆਂ ਜਾਣ ਤੇ ਇਹਨਾਂ ਦੀਆਂ ਬੱਸਾਂ ਛੱਡੀਆਂ ਜਾਣ। ਦੇਖੋ, ਇੱਕ ਪਾਸੇ ਆਪਾਂ ਕਹਿੰਦੇ ਆ ਕਿ ਉਹ ਸਾਰੇ ਮਾਫੀਆ, ਜ਼ਰੂਰੀ ਨਹੀਂ ਹੁੰਦਾ ਕਿ ਵਿਰੋਧੀਆਂ ਦੀਆਂ ਬੱਸਾਂ ਹੀ ਗਲਤ ਚੱਲ ਰਹੀਆਂ ਹੋਣ ਜਾਂ ਬਗੈਰ ਪਰਮਿਟ ਤੋਂ ਚੱਲ ਰਹੀਆਂ ਹੋਣ। ਰੰਧਾਵਾ ਜੀ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ ਕਿ ਇਹ ਸਾਰੀ ਜੋ ਵੀ ਹੈ, ਚਾਹੇ ਕਿਸੇ ਦੀ ਵੀ ਬੱਸਾਂ ਪ੍ਰਾਈਵੇਟ ਬੱਸਾਂ ਹੋਣ, ਇਹਨਾਂ ਸਾਰੀਆਂ ਚੀਜ਼ਾਂ ਨੇ ਜਿਹੜਾ PRTC ਆ, ਪੰਜਾਬ ਰੋਡਵੇਜ਼ ਆ ਜਾਂ ਸਰਕਾਰੀ ਇਹ ਮਹਿਕਮਾ ਹੈ, ਇਸ ਨੂੰ ਬੜੀ ਭਾਰੀ ਸੱਟ ਮਾਰੀ ਆ। ਕਿਸ ਤਰ੍ਹਾਂ ਦੇ ਰੂਟ ਲਾਉਣੇ ਆ, ਕਿਸ ਤਰ੍ਹਾਂ ਦੇ ਕਿਹਨੂੰ ਪਰਮਿਟ ਦੇਣੇ ਆ, ਕਿੰਨਾ ਤੁਸੀਂ ਸਿਟੀਜ਼ ਦੇ ਉਹਨਾਂ ਨੂੰ ਪਰਮਿਟ ਦੇਣੇ ਆ, ਇਹ ਸਾਰਾ ਕੁਝ ਇੱਕ ਮਾਫੀਏ ਦਾ ਹਿੱਸਾ ਰਹੀਆਂ ਨੇ। ਇਸੇ ਕਰਕੇ ਆਮ ਤੌਰ ਤੇ ਤੁਸੀਂ ਦੇਖੋ ਇਹ ਮੁਲਾਜ਼ਮ ਧਰਨਿਆਂ ਤੇ ਵੀ ਬੈਠੇ ਰਹੇ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਹੁਣ ਦੇਖੋ, ਹੋ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਰਾਜਾ ਵੜਿੰਗ ਨੇ ਉਹ ਚਾਹੁੰਦੇ ਆ ਕਿ ਮੈਂ ਕੁਝ ਕਰਕੇ ਦਿਖਾਵਾਂ। ਆਮ ਤੌਰ ਤੇ ਉਹ ਰਾਤ ਨੂੰ ਵੀ ਤੁਰੇ ਫਿਰਦੇ ਆ, ਕਈ ਵਾਰੀ ਨਾਕਿਆਂ ਤੇ ਪਹੁੰਚ ਜਾਂਦੇ ਆ। ਕੋਸ਼ਿਸ਼ ਉਹਨਾਂ ਦੀ ਇਹ ਆ ਕਿ ਹੋ ਸਕਦਾ ਉਹਦੇ ਵਿੱਚ ਪੂਰੀ ਜਿਹੜੀ ਮਨਸ਼ਾ ਉਹਨਾਂ ਦੀ ਵਧੀਆ ਹੋਵੇ, ਲੇਕਿਨ ਕਿਤੇ ਨਾ ਕਿਤੇ ਜਦੋਂ ਚੋਣਾਂ ਬਿਲਕੁਲ ਨੇੜੇ ਆ ਜਾਂਦੀਆਂ ਨੇ ਫਿਰ ਲੋਕਾਂ ਨੂੰ ਲੱਗਦਾ ਕਿ ਹੁਣ ਕਾਰਵਾਈ ਹੋ ਰਹੀ ਹੈ। ਬਹੁਤ ਸਾਰੇ ਲੋਕ ਇਸ ਤੋਂ ਖੁਸ਼ ਵੀ ਨੇ, ਉਹ ਚਾਹੁੰਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਰੈਗੂਲੇਟ ਕੀਤਾ ਜਾਵੇ, ਉਹ ਚਾਹੁੰਦੇ ਨੇ, ਲੇਕਿਨ ਇਹ ਵੀ ਚਾਹੁੰਦੇ ਨੇ ਕਿ ਜੇ ਤੁਹਾਡੀ ਕਾਂਗਰਸ ਦੀਆਂ, ਆਮ ਆਦਮੀ ਪਾਰਟੀ ਦੀਆਂ, ਕਿਸੇ ਦੀਆਂ ਜਾਂ ਕਿਸੇ ਹੋਰ ਲੀਡਰ ਦੀਆਂ ਵੀ ਬੱਸਾਂ ਚੱਲਦੀਆਂ ਹੋਣ ਤੇ ਉਹਨਾਂ ਖਿਲਾਫ ਵੀ ਕਾਰਵਾਈ ਹੋਵੇ। ਇੱਕ ਤਰਫਾ ਜਿਹੜੀ ਕਾਰਵਾਈ ਆ ਉਹ ਕਿਸੇ ਨਾ ਕਿਸੇ ਦੇ ਤਰ੍ਹਾਂ ਸਵਾਲ ਵੀ ਖੜੇ ਕਰਦੇ ਤੇ ਫਿਰ ਕੋਰਟਾਂ ਦੇ ਵਿੱਚ ਉਹ ਜਿਹੜੇ ਮਸਲੇ ਆ ਉਹ ਡਿੱਗ ਵੀ ਪੈਂਦੇ ਆ। ਵੈਸੇ ਮੈਂ ਇਹ ਦੱਸਦਾ ਕਿ 29 ਤਰੀਕ ਨੂੰ, 29 ਨਵੰਬਰ ਨੂੰ ਫੇਰ ਇਸ ਦੀ ਸੁਣਵਾਈ ਆ। ਉਹਦੇ ਵਿੱਚ ਸਰਕਾਰ ਆਪਣੇ ਜਿਹੜੇ ਤੱਥ ਆ ਜਾਂ ਆਪਣਾ ਪੱਖ ਲੈ ਕੇ ਜਾਏਗੀ। ਫਿਰ ਦੇਖਦੇ ਆ ਕਿ ਕਿੰਨੀ ਕਾਰਵਾਈ ਉਹ ਜੋ ਕੀਤੀ ਹੈ ਉਹਨਾਂ ਨੇ ਅੱਜ ਤੱਕ, ਉਸ ਨੂੰ ਕਿੰਨਾ ਉਹ ਦਰੁਸਤ ਉੱਥੇ ਸਾਬਤ ਕਰ ਪਾਉਂਦੇ ਆ। ਜੀ, ਬੇਸ਼ੱਕ ਰਾਜਾ ਵੜਿੰਗ ਨੇ ਗੱਲ ਕਹੀ ਹੈ ਕਿ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ, ਕੇਸ ਲੈ ਕੇ ਅਸੀਂ ਲੜਾਂਗੇ ਆਖਰ ਤੱਕ, ਅਸੀਂ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ। ਪਰ ਰਾਜਾ ਵੜਿੰਗ ਨੂੰ ਇਹ ਵੀ ਚਾਹੀਦਾ ਕਿ ਉਹ ਜਿਹੜੀਆਂ ਨੀਤੀਆਂ, ਜਿਹੜੀਆਂ ਖਰਾਬ ਨੀਤੀਆਂ ਕਰਕੇ ਇਸ ਤਰੀਕੇ ਨਾਲ ਮੋਨੋਪੋਲੀਆਂ ਬਣੀਆਂ, ਜ਼ਿਆਦਾ ਪਰਮਿਟ ਡਾਢਿਆਂ ਨੂੰ ਮਿਲੇ ਆ, ਜਾਂ ਜਿਨ੍ਹਾਂ ਨੂੰ ਉਹ ਸਮਝਦੇ ਕਿ ਮਾਫੀਆਜ਼ ਆ, ਉਹਨਾਂ ਦੀ ਜਿਹੜੀ ਆਧਾਰ ਨੇ ਉਹਨਾਂ ਨੂੰ ਖਤਮ ਕਰਨ। ਵਿਧਾਨ ਸਭਾ ਹੋਵੇ ਜਾਂ ਕੈਬਨਿਟ ਹੋਵੇ, ਉਹਦੇ ਵਿੱਚ ਉਹ ਨੀਤੀਆਂ ਬਦਲੋ ਤਾਂ ਕਿ ਸਾਰਿਆਂ ਲਈ ਇਹ ਬੈਲੈਂਸਡ, ਸੰਤੁਲਿਤ ਜੀ ਇੱਕ ਨੀਤੀ ਹੋਵੇ ਕਿ ਕੋਈ ਵੀ, ਜਾਂ ਇਹਦੀ ਤੁਸੀਂ ਲੋਟਰੀ ਰੱਖੋ ਜਾਂ ਕੁਝ ਵੀ ਰੱਖੋ, ਬੇਰੁਜ਼ਗਾਰਾਂ ਨੂੰ ਇਹਦੇ 'ਚ ਰੁਜ਼ਗਾਰ ਦੇਣ ਦੇ ਅਫਸਰ ਵੀ ਹੋਣ, ਇੱਕ ਕੰਪੀਟੀਸ਼ਨ ਹੈਲਦੀ ਹੋਵੇ। ਖੈਰ, ਬੱਸ ਫੜ ਲੈਣੀ ਮੰਤਰੀ ਲਈ ਕੋਈ ਔਖਾ ਨਹੀਂ, ਪਰ ਬੱਸ ਨੂੰ ਛੱਡ ਦੇਣਾ ਅਦਾਲਤਾਂ ਲਈ ਵੀ ਕੋਈ ਔਖਾ ਨਹੀਂ, ਕਿਉਂਕਿ ਤੁਸੀਂ ਸਿਰਫ, ਤੁਹਾਡੀ ਗੱਲ ਠੀਕ ਹੈ, ਇੱਕ ਲਾਈਨ 'ਚ ਖੜ ਕੇ ਇੱਕੋ ਧਿਰ ਦੀਆਂ ਬੱਸਾਂ ਜਾਂ ਕੁਝ ਹੋਰ ਚੀਜ਼ਾਂ ਤੇ ਐਕਸ਼ਨ ਲਓਗੇ, ਘੇਰੇ 'ਚ ਤਾਂ ਆਓਗੇ। ਪਰ ਇਹਦੇ ਨਾਲ ਜੇ ਥੋੜਾ ਜਿਹਾ ਅਕਾਲੀ ਦਲ ਦੀ ਬਸਪਾ ਨਾਲ ਸਾਂਝ ਤੇ ਗੱਲ ਕਰ ਲਈਏ, ਉਹ ਬੜੀ ਅਹਿਮ ਆ। ਸਮਝੌਤਾ ਤਾਂ ਹੋਇਆ 20 ਸੀਟਾਂ ਦਾ, ਬਸਪਾ ਨੂੰ ਦੇ ਵੀ ਦਿੱਤੀਆਂ। ਤਬਦੀਲੀਆਂ ਪਿਛਲੇ ਸਮੇਂ 'ਚ ਇੰਨੀਆਂ ਕੀਤੀਆਂ। ਇੱਕ ਵਾਰੀ ਇੱਕ ਕਾਰਟੂਨ ਜਿਹਾ ਤੁਰਿਆ ਫਿਰਦਾ ਸੀਗਾ, ਕਿਸੇ ਨੇ ਬਣਾਇਆ ਸੀ, ਤੇ ਉਹ ਗੜੀ ਸਾਹਿਬ ਬਾਦਲ ਸਾਹਿਬ ਕੋਲ ਬੈਠੇ ਆ, ਬਾਦਲ ਸਾਹਿਬ ਨਾਲ, ਤੇ ਉਹ ਸ਼ਾਇਦ ਕੁਝ ਕਹਿ ਰਹੇ ਸੀ ਵੀ ਕਾਕਾ ਜੀ ਚਲੋ ਹੁਣ ਸੁਣੀ ਜਾਇਓ, ਕਰਨਾ ਤੇ ਜੋ ਕਰਨਾ ਸੁਖਬੀਰ ਨਹੀਂ ਆ, ਜਿੱਥੋਂ ਕਰਨਗੇ ਮੰਨੀ ਜਾਣਾ ਪੈਣਾ। ਇਹ ਹੁਣ ਬੜਾ ਵੱਡਾ ਸਵਾਲ ਆ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਟਿਕਟਾਂ ਦੇ ਚੁੱਕੇ ਹੋ, ਜਾਂ ਪਾਰਟੀਆਂ ਨੂੰ, ਕੀ ਪਾਰਟੀਆਂ 'ਚ ਇੰਜ ਵੀ ਕਦੇ ਹੁੰਦਾ ਵੀ ਜਿੱਥੋਂ ਚਾਹੋ ਜਿੱਦਾਂ ਚਾਹੋ? ਜਾਂ ਇਹ ਜਦੋਂ ਸਮਝੌਤਾ ਹੋਇਆ ਉਦੋਂ ਬਹੁਤ ਕਾਹਲੀ 'ਚ ਹੋਇਆ, ਉਦੋਂ ਕੁਝ ਵੀ ਧਿਆਨ 'ਚ ਨਹੀਂ ਰੱਖਿਆ ਗਿਆ, ਉਦੋਂ ਬਹੁਤ ਛੋਟੇ ਪੱਧਰ ਤੇ 20 ਸੀਟਾਂ ਦੇਣ ਦੀ ਗੱਲ ਹੋ ਗਈ, ਕੋਈ ਹੋਰ ਕਿਸੇ ਪੱਧਰ ਤੇ ਅੱਗੇ ਚਰਚਾ ਨਹੀਂ ਹੋਈ। ਅੱਜ ਇਹਦੇ ਜਿਹੜੇ ਅਸਰ ਨੇ ਉਹ ਦੇਖਣ ਨੂੰ ਮਿਲ ਰਹੇ ਆ। ਇਹਦਾ ਮਤਲਬ ਬਸਪਾ ਦੀ ਅਹਿਮੀਅਤ ਇੱਕ ਤਰ੍ਹਾਂ ਨਾਲ ਹੋਰ ਖਤਮ ਕਰਤੀ ਗਈ, ਉਹਨਾਂ ਦੇ ਵੋਟ ਬੈਂਕ ਨੂੰ ਕਿਧਰੇ ਵੀ ਧਿਆਨ 'ਚ ਨਹੀਂ ਰੱਖਿਆ ਗਿਆ। ਜੇ ਇੰਨੀ ਕਾਹਲੀ ਦੇ ਵਿੱਚ ਤੁਸੀਂ ਟਿਕਟ ਬਦਲ ਰਹੇ ਹੋ, ਇਹਦਾ ਮਤਲਬ ਹੈ ਕਿ ਕੋਈ ਜਿਹੜੇ ਗਿਣਤੀ ਪੱਖੋਂ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਜਿਨ੍ਹਾਂ ਦੀ ਨੁਮਾਇੰਦਗੀ ਬਸਪਾ ਕਰਨ ਦਾ ਦਮ ਭਰਦੀ ਹੈ, ਉਹਨਾਂ ਵੋਟਾਂ ਤੇ ਧਿਆਨ ਕੇਂਦਰਿਤ ਪਹਿਲਾਂ ਨਹੀਂ ਹੋਇਆ। ਇਹ ਬਹੁਤ ਅਹਿਮ ਸਵਾਲ ਨੇ ਕਿ ਸਿਰਫ ਦਿਖਾਵੇ ਦਾ ਗੱਠਜੋੜ ਆ, ਜਿੱਦਾਂ ਸੁਖਬੀਰ ਸਿੰਘ ਬਾਦਲ ਨੂੰ ਵਾਰਾ ਖਾਂਦਾ ਉਵੇਂ ਮਨਾ ਲੈਂਦੇ ਉਹਨਾਂ ਨੂੰ। ਜੀ ਰੰਧਾਵਾ ਜੀ, ਇਹ 'ਚ ਤੁਸੀਂ ਇੱਕ ਗੱਲ ਦੇਖੋ, ਜਦੋਂ ਇਹ ਗੱਠਜੋੜ ਹੋਇਆ ਸੀ ਤੇ ਬਹੁਤ ਸਾਰੇ ਜਿਹੜੇ ਮਾਹਰ ਸੀ ਉਹ ਕਹਿੰਦੇ ਸੀ ਕਿ ਇਹ ਅਨਨੈਚੁਰਲ ਅਲਾਇੰਸ ਆ, ਯਾਨੀ ਕਿ ਇਹ ਜਿਹੜਾ ਕੁਦਰਤੀ ਅਲਾਇੰਸ ਨਹੀਂ ਆ, ਬੜਾ ਇਸ ਕਰਕੇ ਕੀਤਾ ਗਿਆ ਕਿਉਂਕਿ ਮਜਬੂਰੀ ਸੀ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਰਾਜਨੀਤੀ ਦੇਖੋ, ਜਦੋਂ ਵੀ ਚੋਣਾਂ ਲੜਦੀ ਸੀ ਆਮ ਤੌਰ
ਤੌਰ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਂਡੀਡੇਟ ਨੂੰ ਸਪੋਰਟ ਕਰਦੀ ਸੀ, ਕੋਈ ਇੰਡੀਪੈਂਡੈਂਟ ਕੈਂਡੀਡੇਟਸ ਖੜੇ ਕਰ ਦਿੰਦੀ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਚੋਣਾਂ ਲੜੋ ਤੇ ਜਿੰਨੀਆਂ ਵੀ ਤੁਸੀਂ ਵੋਟਾਂ ਕੱਟੋਗੇ ਜਾਂ ਕਿਸੇ ਹੋਰ ਦੀਆਂ ਵੋਟਾਂ ਲਾਓਗੇ ਤੇ ਹੋ ਸਕਦਾ ਸਾਡੇ ਕੈਂਡੀਡੇਟ ਨੂੰ ਫਾਇਦਾ ਹੋਵੇ। ਇਹ ਬਾਹਰੋਂ ਤਾਂ ਸਪੋਰਟ ਉਹਨਾਂ ਦੀ ਰਹਿੰਦੀ ਸੀ, ਇਸ ਤਰ੍ਹਾਂ ਦਾ ਇਹਨਾਂ ਦੀ ਰਣਨੀਤੀ ਰਹਿੰਦੀ ਸੀ। ਲੇਕਿਨ ਇਸ ਵਾਰੀ ਪਹਿਲੀ ਵਾਰ ਜਦੋਂ ਤੋਂ ਇਹਨਾਂ ਨਾਲ ਭਾਜਪਾ ਦਾ ਗੱਠਜੋੜ ਟੁੱਟਿਆ, ਇਹਨਾਂ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਇਹ ਗੱਠਜੋੜ ਕੀਤਾ। 20 ਸੀਟਾਂ ਦੀ ਤੁਸੀਂ ਗੱਲ ਕੀਤੀ ਹੈ, ਮਾਇਆਵਤੀ ਨੂੰ ਵੀ ਇੱਕ ਵਾਰੀ ਜਿਹੜੀ ਇਹਨਾਂ ਦੇ ਸੁਪਰੀਮੋ ਆ ਉਹਨਾਂ ਨੂੰ ਫੋਨ ਕਰਕੇ ਆਪਣੀ ਹੀ ਪਾਰਟੀ ਦੇ ਜਿਹੜੇ ਵਰਕਰ ਸੀ ਜਾਂ ਉਹਨਾਂ ਦੇ ਆਗੂ ਸੀ ਉਹਨਾਂ ਨੂੰ ਕਹਿਣਾ ਪਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦੇ ਕਹਿਣੇ 'ਚ ਚੱਲੋ, ਇਹਨਾਂ ਤੋਂ ਬਾਹਰ ਨਾ ਜਾਓ ਤੇ ਬਿਲਕੁਲ ਡਿਸਿਪਲਿਨ ਦੇ, ਕਿਉਂਕਿ ਕਈ ਤਰ੍ਹਾਂ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੀ। ਤੁਸੀਂ ਯਾਦ ਕਰੋ ਜਿਹੜੀ ਅਨਿਲ ਜੋਸ਼ੀ ਬਾਅਦ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਉਸ ਤੋਂ ਬਾਅਦ ਵਾਪਸ ਆ ਗਏ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੰਮ੍ਰਿਤਸਰ ਨਾਰਥ ਸੀਟ ਦੀ ਗੱਲ ਆ, ਉਹ ਪਹਿਲਾਂ ਬਹੁਜਨ ਸਮਾਜ ਪਾਰਟੀ ਨੂੰ ਅਲਾਟ ਕੀਤੀ ਜਾ ਚੁੱਕੀ ਸੀ, ਉੱਥੋਂ ਉਹਨਾਂ ਨੇ ਲੜਨਾ ਸੀ ਤੇ ਉਸ ਤੋਂ ਬਾਅਦ ਅਨਿਲ ਜੋਸ਼ੀ ਆ ਜਾਂਦੇ ਆ, ਉੱਥੇ ਵੀ ਉਹਨਾਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਹੁਣ ਤੁਸੀਂ ਤਾਜ਼ਾ ਉਦਾਹਰਨ ਦੇਖੋ, ਉਸੇ ਵੇਲੇ ਸੁਜਾਨਪੁਰ ਤੋਂ ਵੀ ਸ਼ਾਇਦ ਗੁਪਤਾ ਸਾਹਿਬ ਆਏ ਸੀਗੇ, ਸੁਜਾਨਪੁਰ ਦੀ ਟਿਕਟ ਵੀ ਜਿਹੜੀ ਉਹ ਵੀ ਬਦਲੀ ਸੀ ਜਦੋਂ ਅਨਿਲ ਜੋਸ਼ੀ ਵਾਲੀ ਅੰਮ੍ਰਿਤਸਰ ਵਾਲੀ ਬਦਲੀ ਜੀ। ਰਾਜਕੁਮਾਰ ਗੁਪਤਾ ਆਏ ਸੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਸੋ ਇਹ ਤੁਸੀਂ ਦੇਖੋ ਤੇ ਹੁਣ ਫੇਰ ਦੇਖੋ ਲੁਧਿਆਣਾ ਦੀ ਸੀਟ, ਜਿਹੜੀ ਲੁਧਿਆਣਾ ਨਾਰਥ ਦੀ ਸੀਟ ਆ ਜਿੱਥੋਂ ਰਾਕੇਸ਼ ਪਾਂਡੇ ਕਾਂਗਰਸ ਦੇ ਐਮਐਲਏ ਆ, ਇਸੇ ਤਰ੍ਹਾਂ ਮੋਹਾਲੀ ਜਿੱਥੋਂ ਬਲਬੀਰ ਸਿੱਧੂ ਆ ਉਹ ਵੀ ਕਾਂਗਰਸ ਦੇ ਆ, ਤੇ ਅੱਗੇ ਆ ਜੋ ਰਾਏਕੋਟ ਇੱਥੋਂ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਹੀਸੋਵਾਲ ਨੇ, ਉਹ ਇੱਥੋਂ ਦੇ ਆਮ ਆਦਮੀ ਪਾਰਟੀ ਦੇ, ਅੱਜ ਕੱਲ ਵੈਸੇ ਉਹਨਾਂ ਦਾ ਰੁਝਾਨ ਕਾਂਗਰਸ ਵੱਲ ਵੱਧਦਾ। ਤੇ ਇਸੇ ਤਰ੍ਹਾਂ ਦੀਨਾਨਗਰ ਸੀਟ ਜਿੱਥੋਂ ਅਰੁਣਾ ਚੌਧਰੀ ਨੇ, ਇਹ ਦੋਨੇ ਵੈਸੇ ਰਿਜ਼ਰਵ ਦੀਆਂ ਸੀਟਾਂ, ਹੁਣ ਉਹ ਕਹਿੰਦੇ ਕਿ ਤੁਸੀਂ ਇੱਥੋਂ ਲੜ ਲਓ ਤੇ ਉਹ ਸੀਟਾਂ ਛੱਡ ਦਿਓ। ਕਹਿਣ ਦਾ ਇਹ ਮਤਲਬ ਆ ਕਿ ਲਗਾਤਾਰ ਇੱਕ ਕਨਫਿਊਜ਼ਨ ਆ, ਆਪਸੀ ਜਿਹੜੀ ਇੱਕ ਤਰ੍ਹਾਂ ਦੀ ਸਹਿਮਤੀ ਹੁੰਦੀ ਆ ਜਾਂ ਆਪਸੀ ਤਾਲਮੇਲ ਹੁੰਦਾ, ਉਹਦੇ ਵਿੱਚ ਬਹੁਤ ਕਮੀ ਵੇਖੀ ਜਾ ਰਹੀ ਆ। ਏਦਾਂ ਔਰ ਤੁਹਾਨੂੰ ਇਹ ਵੀ ਪਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਕਿਸੇ ਟਾਈਮ ਗੱਠਜੋੜ ਹੁੰਦਾ ਸੀ ਤੇ ਉਸ ਟਾਈਮ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹ ਭਾਜਪਾ ਦੀ ਜ਼ਿਆਦਾ ਪਰਵਾਹ ਨਹੀਂ ਸੀ ਕਰਦੇ। ਕਈ ਵਾਰੀ ਤੁਹਾਨੂੰ ਪਤਾ ਭਾਜਪਾ ਨੂੰ ਗੁੱਸੇ ਕਰਤਾ ਸੀ ਤੇ ਭਾਜਪਾ ਦਾ ਸਾਰਾ ਵਫਦ ਮਿਲਣ ਆਉਂਦਾ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਤੁਸੀਂ ਇਹਨਾਂ ਨੂੰ ਕਹੋ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਕਰੇ। ਤੇ ਉਸ ਟਾਈਮ ਇਹ ਚਰਚਾਵਾਂ ਆਮ ਸੀ ਕਿ ਸੁਖਬੀਰ ਸਿੰਘ ਬਾਦਲ ਚਾਹੁੰਦੇ ਨਹੀਂ ਕਿ ਭਾਜਪਾ ਉਹਨਾਂ ਦੇ ਨਾਲ ਰਵੇ ਤੇ ਇਕੱਲੇ ਹੀ ਸਰਕਾਰ ਬਣਾਉਣਾ ਚਾਹੁੰਦੇ ਆ, ਇਸ ਤਰ੍ਹਾਂ ਉਸ ਟਾਈਮ ਚਰਚਾਵਾਂ ਸੀ। ਸੋ ਇਹ ਜਿਹੜਾ ਆਪਸੀ ਤਾਲਮੇਲ ਤੇ ਸੁਮੇਲ ਬਿਠਾਉਣਾ ਇਹ ਕੋਈ ਸੌਖਾ ਨਹੀਂ ਹੁੰਦਾ। ਬਹੁਤ ਸਾਰੀਆਂ ਗੱਲਾਂ, ਚਾਹੇ ਤੁਹਾਡਾ ਪਾਰਟਨਰ ਛੋਟਾ ਭਰਾ ਜਿਵੇਂ ਕਹਿ ਦਿੰਦੇ ਆ ਉਹ ਹੋਵੇ, ਲੇਕਿਨ ਚਾਹੇ 20 ਸੀਟਾਂ ਵੀ ਆ, ਉਹਦੀ ਕਦਰ ਕੀਮਤ, ਉਹਦਾ ਸਤਿਕਾਰ, ਉਹਦਾ ਸਨਮਾਨ ਹੋਣਾ ਓਨਾ ਹੀ ਜ਼ਰੂਰੀ ਆ। ਇਹ ਗੱਲ ਆਪਾਂ ਨੂੰ ਬਹੁਤ ਧਿਆਨ 'ਚ ਰੱਖਣ ਦੀ ਲੋੜ ਆ ਜੀ। ਇਹਦੇ 'ਚ ਇੱਕ ਦਿਲਚਸਪ ਪਹਿਲੂ ਹੁੰਦਾ, ਜਿਵੇਂ ਮੰਨ ਲਓ ਦੀਨਾਨਗਰ 'ਚ ਬਹੁਤ ਸਾਰੇ ਅਕਾਲੀ ਆਗੂ ਇਕੱਠੇ ਹੋ ਕੇ ਇਸ ਆਸ ਤੇ ਲੱਗੇ ਸੀ ਕਿ ਬੜੇ ਸਾਲਾਂ ਬਾਅਦ ਇਹ ਬੀਜੇਪੀ ਤੋਂ ਸਾਡੀ ਸੀਟ ਘਰ ਆਈ ਆ ਤੇ ਅਸੀਂ ਇਹਦੇ 'ਚ ਆਪਸੀ ਸਹਿਮਤੀ ਬਣਾ ਕੇ ਇਕੱਠੇ ਚੱਲੀਏ, ਜਿਹਨੂੰ ਵੀ ਦਲ ਟਿਕਟ ਦੇ ਦਊਗਾ ਉਹਦੇ ਨਾਲ ਸਾਰੇ ਬਾਕੀ ਚੱਲਣ। ਹੁਣ ਘੱਟੋ ਘੱਟ 6-7 ਐਸੇ ਲੀਡਰ ਜਿਹੜੇ ਸਹਿਮਤੀ ਨਾਲ ਕੰਪੇਨ ਕਰ ਰਹੇ ਸੀ, ਉਹ ਸਾਰੇ ਕੁਦਰਤਨ ਨਾਰਾਜ਼ ਹੋਣਗੇ ਤੇ ਨਿਰਾਸ਼ ਹੋਣਗੇ। ਇੱਕ ਤਰ੍ਹਾਂ ਨਾਲ ਕੈਰੀਅਰ ਦਾ ਤੇ ਲੱਗ ਜਾਂਦਾ ਹੈ ਤੇ ਜਿਹੜੀ ਸੱਤਾਧਾਰੀ ਧਿਰ ਆ ਉਹ ਉਹਨਾਂ ਨੂੰ ਅਪਰੋਚ ਤਾਂ ਕਰੂਗੀ ਵੀ ਦੇਖੋ ਤੁਹਾਡੀ ਪਾਰਟੀ ਸਾਲਾਂ ਤੋਂ ਤੁਸੀਂ ਮਿਹਨਤ ਕਰ ਰਹੇ ਹੋ। ਉਹਨਾਂ ਦੇ ਮਨ 'ਚ ਵੀ ਸ਼ੰਕੇ ਉਪਜ ਪੈਂਦੇ ਆ ਕਿ ਕਿਉਂ ਨਾ ਫਿਰ ਅਸੀਂ ਸਾਇਲੈਂਟ ਹੋ ਜਾਈਏ। ਇਹੋ ਜਿਹੇ ਥਾਵਾਂ ਤੇ ਜਿਵੇਂ ਹੁਣ ਮੁਹਾਲੀ ਦੇ ਵਿੱਚ ਵੀ ਕੀ ਕੁਝ ਨਹੀਂ ਵਾਪਰਿਆ, ਪੁਰਾਣੇ ਵਰਕਰ ਨਿਰਾਸ਼ ਹੋ ਜਾਂਦੇ ਵੱਡੀਆਂ ਪਾਰਟੀਆਂ ਦੇ। ਸੋ ਇਹ ਅਗਲੇ ਦਿਨਾਂ 'ਚ ਮਾਰ ਤਾਂ ਸੇਕ ਤਾਂ ਝੱਲਣਾ ਪੈਣਾ ਹੈ। ਇਹ ਉੱਪਰਲੇ ਪੱਧਰ ਤੇ ਵਾਪਰਦੀਆਂ ਚੀਜ਼ਾਂ ਥੱਲੇ ਦੇ ਪੱਧਰ ਤੇ ਬੜਾ ਵੱਡਾ ਅਸਰ ਕਰਦੀਆਂ। ਜਾਂਦੇ ਜਿਹੜਾ ਸਭ ਤੋਂ ਅਹਿਮ ਮਸਲਾ ਹੈ ਕਿਸਾਨੀ ਕਾਨੂੰਨਾਂ ਨੂੰ ਲੈ ਕੇ, ਰੱਦ ਹੋਏ ਕਾਨੂੰਨਾਂ ਨੂੰ ਲੈ ਕੇ, ਕਿਉਂਕਿ ਪ੍ਰਧਾਨ ਮੰਤਰੀ ਕਹਿ ਚੁੱਕੇ ਨੇ ਉਹਨਾਂ ਨੂੰ ਬਕਾਇਦਗੀ ਨਾਲ ਰੱਦ ਕਰਨ ਵਾਸਤੇ, ਰੀਪੀਲ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਲੈਂਦਾ ਗਿਆ। ਇਹ ਇੱਕ ਖਬਰ ਨਸ਼ਰ ਹੋ ਰਹੀ ਹੈ ਕਿ ਉਹ ਲਿਸਟ ਹੋ ਗਿਆ, ਸੂਚੀਬੱਧ ਕਰਤੇ ਆ ਉਸ ਬਿਜ਼ਨਸ, ਉਸ ਕੰਮਕਾਜ ਜਿੱਥੇ ਇਹ ਬਣਦੇ ਤੇ ਵਾਪਸ ਲਏ ਜਾਂਦੇ ਆ ਕਾਨੂੰਨ। ਲੇਕਿਨ ਅਨਿਲ ਘਣਵੱਤ, ਤੁਹਾਨੂੰ ਯਾਦ ਹੈ ਕਿ ਸੁਪਰੀਮ ਕੋਰਟ ਨੇ ਉਹ ਕਮੇਟੀ ਬਣਾਈ ਸੀ ਕਿ ਸਾਰੇ ਦੇਸ਼ ਚੋਂ ਪਤਾ ਕਰਕੇ ਸਾਨੂੰ ਸਿਫਾਰਸ਼ਾਂ ਦਿਓ, 3 ਮੈਂਬਰੀ ਕਮੇਟੀ, ਜਿਹਦੇ ਵਿੱਚ ਪੰਜਾਬ ਵਾਲੇ ਸਰਦਾਰ ਮਾਨ ਸਾਹਿਬ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ, ਮਾਨ ਦੇ, ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ ਵੱਡੇ ਪ੍ਰੈਸ਼ਰ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦੇ ਦਖਲ ਤੋਂ ਬਾਅਦ। ਤੇ ਅੱਜ ਹੁਣ ਉਹ ਅਨਿਲ ਘਣਵੱਤ ਵੇਰ ਗਏ, ਕਹਿੰਦੇ ਜੀ ਜੇ ਸੁਪਰੀਮ ਕੋਰਟ ਨੇ ਉਹ ਜਿਹੜੀ ਰਿਪੋਰਟ ਅਸੀਂ ਬਣਾਈ ਸੀ ਜਨਤਕ ਨਾ ਕੀਤੀ ਤੇ ਅਸੀਂ ਕਰਾਂਗੇ। ਹੁਣ ਮੰਨ ਲਓ ਇਹਦੇ ਉੱਤੇ ਤਾਂ ਮਾਣਯੋਗ ਸੁਪਰੀਮ ਕੋਰਟ ਹੀ ਰੋਕ ਲਾ ਸਕਦੀ, ਭਾਈ ਤੁਸੀਂ ਸਾਨੂੰ ਦਿੱਤੀ ਆ, ਹੁਣ ਚੁੱਪ ਕਰਕੇ ਘਰ ਬਹਿ ਜਾਓ। ਉਹ ਕਿਸਾਨਾਂ ਦੇ ਤਕਲੀਫਾਂ ਤਾਂ ਉਹੀ ਨੇ ਨਾ ਕਿ ਇੱਥੇ ਕਈ ਕੁਝ ਵਾਪਰ ਸਕਦਾ ਜੀ,
ਹੁਣ ਘਣਵੱਤ ਸਾਹਿਬ ਜੀ ਨੂੰ ਕਿਹਦੀ ਸ਼ਹਿ ਵਾ, ਇਹ ਵੀ ਦੇਖਣਾ ਬਣਦਾ। ਜ਼ਰਾ ਇਹਦੇ ਤੇ ਚਾਨਣਾ ਪਾਇਓ ਖੁੱਲ ਕੇ। ਰੰਧਾਵਾ ਜੀ, ਤੁਸੀਂ ਦੇਖੋ, ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਨਵੰਬਰ ਨੂੰ ਆ ਕੇ ਐਲਾਨ ਕਰਦੇ ਆ ਸਵੇਰੇ ਸਵੇਰੇ, ਤੇ ਸਾਰੀਆਂ ਕਿਸਾਨ ਜਥੇਬੰਦੀਆਂ ਹੋਣ ਜਾਂ ਉਹ ਸਾਰੇ ਸਮਰਥਕ ਜਿਹੜੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਲਗਾਤਾਰ ਆਪਣਾ ਸਮਰਥਨ ਦੇ ਰਹੇ ਹੋਣ, ਬਹੁਤ ਖੁਸ਼ ਹੋਏ। ਬਹੁਤ ਉਹਨਾਂ ਨੇ ਇਸ ਦੀ ਸ਼ਲਾਘਾ ਵੀ ਕੀਤੀ, ਸਵਾਗਤ ਵੀ ਕੀਤਾ। ਲੇਕਿਨ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਜਿਹੜੇ ਭਾਜਪਾ ਦੇ ਸਮਰਥਕ ਆ ਜਾਂ ਭਾਜਪਾ ਦੇ ਬੜੇ ਉੱਘੇ ਆਗੂ ਆ, ਉਹ ਇਸ ਗੱਲ ਤੋਂ ਪਤਾ ਨਹੀਂ ਕਿਉਂ ਬੜੇ ਨਿਰਾਸ਼ ਨੇ, ਬੜੇ ਨਾਰਾਜ਼ ਨੇ। ਹੁਣ ਤੁਸੀਂ ਇਸ ਕਮੇਟੀ ਦੀ ਗੱਲ ਕਰੋ। ਇਹ ਕਮੇਟੀ ਐਸ ਏ ਬੋਬਡੇ ਸਾਹਿਬ ਉਦੋਂ ਚੀਫ ਜਸਟਿਸ ਹੁੰਦੇ ਸੀ, ਉਹਨਾਂ ਨੇ 11 ਜਨਵਰੀ ਨੂੰ ਇਸੇ ਸਾਲ 4 ਮੈਂਬਰੀ ਕਮੇਟੀ ਥਾਪੀ ਸੀ। ਅਨਿਲ ਘਣਵੱਤ ਵੀ ਸੀ ਉਹ ਚ, ਅਸ਼ੋਕ ਗੁਲਾਟੀ ਵੀ ਸੀ, ਇੱਕ ਪ੍ਰਮੋਦ ਜੋਸ਼ੀ ਸੀ, ਤੇ ਚੌਥੇ ਜਿਹੜੀ ਤੁਸੀਂ ਗੱਲ ਕਰਦੇ ਹੋ ਭੁਪਿੰਦਰ ਸਿੰਘ ਮਾਨ ਸੀ। ਇਹਨਾਂ ਚਾਰਾਂ ਨੂੰ ਜਦੋਂ ਥਾਪਿਆ ਗਿਆ, ਤੇ ਲੇਕਿਨ ਭੁਪਿੰਦਰ ਸਿੰਘ ਮਾਨ ਹੋਣਾ, ਤੇ ਮੈਂ ਉਦੋਂ ਉਹਨਾਂ ਨੂੰ ਮਿਲਿਆ ਵੀ ਸੀ, ਉਹਨਾਂ ਦੀ ਬਲਕਿ ਇੰਟਰਵਿਊ ਕੀਤੀ ਸੀ, ਤੇ 14 ਤਰੀਕ ਨੂੰ ਉਹ 3 ਦਿਨਾਂ ਬਾਅਦ ਅਸਤੀਫਾ ਦੇ ਦਿੰਦੇ ਨੇ। ਐਸ ਏ ਬੋਬਡੇ ਸਾਹਿਬ ਦਾ ਉਹਨਾਂ ਨੂੰ ਫੋਨ ਆਉਂਦਾ, ਉਹ ਕਹਿੰਦੇ ਜੀ ਮੈਂ ਜਾਰੀ ਨਹੀਂ ਰੱਖ ਸਕਦਾ, ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਦੇ ਵਿੱਚ ਕੁਝ ਅੱਗੇ ਆਪਣਾ ਸਹਿਯੋਗ ਦੇ ਪਾਵਾਂਗਾ। ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਚਾਰੇ ਕਮੇਟੀ ਦੇ ਵਿੱਚ ਜਦੋਂ ਇਹਨਾਂ ਨੂੰ ਪਾਇਆ ਗਿਆ ਸੀ, ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ ਸੀ, ਇਹ ਚਾਰੇ ਕਿਸਾਨਾਂ ਦੇ ਉਹ ਜਿਹੜੇ ਕਾਨੂੰਨ ਲੈ ਕੇ ਆਉਂਦੇ ਸੀ, ਬਿੱਲ ਲੈ ਕੇ ਆਉਂਦੇ ਸੀ, ਜਿਹੜੇ ਕਾਨੂੰਨ ਬਾਅਦ ਚ ਬਣੇ ਆ, ਉਹਨਾਂ ਦੇ ਹੱਕ ਦੇ ਵਿੱਚ ਲੇਖ ਲਿਖਦੇ ਹੁੰਦੇ ਸੀ, ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੁੰਦੇ ਸੀ। ਤੇ ਕਿਸਾਨਾਂ ਨੇ ਕਹਿ ਦਿੱਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਇਸ ਕਮੇਟੀ ਨੂੰ ਨਹੀਂ ਮੰਨਦੇ, ਜੇ ਇਹ ਸਾਨੂੰ ਪੇਸ਼ ਹੋਣ ਲਈ ਕਹੇਗੀ ਤੇ ਅਸੀਂ ਇਹਨਾਂ ਦੇ ਅੱਗੇ ਪੇਸ਼ ਵੀ ਨਹੀਂ ਹੋਣਾ। ਉਸੇ ਜਦੋਂ ਇਹ 3 ਮੈਂਬਰੀ ਕਮੇਟੀ ਰਹਿ ਜਾਂਦੀ ਆ, ਰੰਧਾਵਾ ਜੀ, ਇਹ ਆਪਣੀ 19 ਮਾਰਚ ਨੂੰ ਆਪਣੀ ਇੱਕ ਰਿਪੋਰਟ ਸੁਪਰੀਮ ਕੋਰਟ ਨੂੰ ਦੇ ਦਿੰਦੀ ਆ। ਅੱਜ 8 ਮਹੀਨੇ ਹੋ ਗਏ ਆ, ਉਹ ਰਿਪੋਰਟ ਕਦੇ ਜਨਤਕ ਨਹੀਂ ਹੋਈ, ਕਿਉਂਕਿ ਸੁਪਰੀਮ ਕੋਰਟ ਨੇ ਵੀ ਨਹੀਂ ਸਮਝਿਆ ਕਿ ਇਹਦੀ ਕੋਈ ਜ਼ਰੂਰਤ ਆ, ਔਰ ਉਸ ਤੋਂ ਬਾਅਦ ਜਿਹੜੇ ਕਾਨੂੰਨ ਆ ਉਸ ਦੇ ਰੱਦ ਹੋਣ ਦਾ ਐਲਾਨ ਹੋ ਜਾਂਦਾ। ਅੱਜ ਅਨਿਲ ਘਣਵੱਤ ਹੁਣੀ ਇਹ ਆ ਕੇ ਕਹਿ ਰਹੇ ਆ ਕਿ ਸਾਡੀ ਰਿਪੋਰਟ ਲਾਗੂ ਕਰੋ, ਨਹੀਂ ਤਾਂ ਅਸੀਂ 1 ਲੱਖ ਬੰਦੇ ਦਾ ਇਕੱਠ ਬੁਲਾਵਾਂਗੇ ਤੇ ਉਹਨਾਂ ਨੂੰ ਸਮਝਾਵਾਂਗੇ ਕਿ ਇਹਨਾਂ ਕਾਨੂੰਨਾਂ ਦਾ ਕੀ ਫਾਇਦਾ ਸੀ, ਇਹ ਤਾਂ ਬੜੇ ਵਧੀਆ ਸੀ। ਹੁਣ ਜਿਹੜੀ ਉਹ ਘਿੱਸੀ ਪਿੱਠੀ ਲਕੀਰ ਤੇ ਜਿਵੇਂ ਕਹਿੰਦੇ ਆ ਨਾ ਡਾਂਗ ਚਲਾਉਣੀ, ਉਹ ਚਲਾਉਣ ਵਾਲੀ ਗੱਲ ਆ। ਦੂਸਰੀ ਗੱਲ ਉਹ ਕਹਿੰਦੇ ਆ ਕਿ ਜਿਹੜੀ ਐਮਐਸਪੀ ਦੀ, ਇਹ ਵੀ ਬੜੀ ਜ਼ਰੂਰੀ ਆ। ਉਹ ਕਹਿੰਦੇ ਜੀ ਐਮਐਸਪੀ ਨਹੀਂ ਲਾਗੂ ਹੋ ਸਕਦੀ ਕਿਉਂਕਿ ਐਮਐਸਪੀ ਦਾ ਖਰਚਾ ਸਰਕਾਰ ਨੂੰ ਬਹੁਤ ਪੈ ਜਾਊਗਾ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ, ਇਹ ਜਿਹੜੇ ਆਰਥਿਕ ਮਾਹਰ ਨੇ ਇਹ ਕਿਹੜੇ ਪਾਸੇ ਨੂੰ ਸੋਚਦੇ ਨੇ। ਦੇਖੋ, ਐਮਐਸਪੀ ਹਰ ਚੀਜ਼ ਸਰਕਾਰ ਨੇ ਨਹੀਂ ਖਰੀਦਣੀ। ਬਹੁਤ ਸਾਰੀ ਫਸਲ ਪ੍ਰਾਈਵੇਟ ਟ੍ਰੇਡਰ ਵੀ ਖਰੀਦ ਸਕਦਾ, ਕਾਰਪੋਰੇਟ ਵੀ ਖਰੀਦ ਸਕਦਾ, ਨਿੱਜੀ ਅਦਾਰੇ ਵੀ ਖਰੀਦ ਸਕਦੇ ਆ। ਸਰਕਾਰ ਸਾਰੀ ਦੀ ਸਾਰੀ ਫਸਲ ਨਹੀਂ। ਕਿਸਾਨ ਕੀ ਚਾਹੁੰਦਾ, ਇਸ ਗੱਲ 'ਚ ਆਪਾਂ ਨੂੰ ਥੋੜਾ ਜਿਹਾ ਫਰਕ ਸਮਝਣਾ ਚਾਹੀਦਾ ਕਿ ਉਹ ਐਮਐਸਪੀ ਚਾਹੁੰਦਾ ਕਿ ਜੇ ਅਸੀਂ ਮਾਰਕੀਟ ਦੇ ਵਿੱਚ, ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਜਾਈਏ ਤੇ ਘੱਟੋ ਘੱਟ ਇਸ ਸਮਰਥਨ ਮੁੱਲ ਤੇ ਵਿਕੇ, ਉਸ ਤੋਂ ਘੱਟ ਨਾ ਵਿਕੇ। ਉਹ ਇਹ ਨਹੀਂ ਕਹਿੰਦੇ ਕਿ ਸਾਡੀ ਸਾਰੀ ਦੀ ਸਾਰੀ ਫਸਲ ਸਰਕਾਰ ਚੁੱਕੇ। ਸੋ ਇਸ ਚੀਜ਼ ਨੂੰ ਜਾਣ ਬੁੱਝ ਕੇ ਕਨਫਿਊਜ਼ ਕੀਤਾ ਜਾ ਰਿਹਾ। ਸੋ ਹੁਣ ਉਹ ਕਹਿ ਰਹੇ ਆ ਅਨਿਲ ਘਣਵੱਤ ਹੋ ਕੇ ਕਿ ਸਾਡੇ ਤੇ ਜਨਤਕ ਕਰੋ। ਉਹਨਾਂ ਨੇ ਚਿੱਠੀ ਲਿਖੀ ਹੈ ਸੁਪਰੀਮ ਕੋਰਟ ਨੂੰ, ਤੇ ਨਾਲ ਦੀ ਨਾਲ ਕਹਿੰਦੇ ਕਿ ਮੈਂ ਜਾ ਕੇ ਕਿਸਾਨਾਂ ਨੂੰ ਸਮਝਾਉਂਗਾ। ਇਹ ਇੰਨਾ 1 ਸਾਲ ਦਾ ਸਮਾਂ ਹੋ ਗਿਆ, ਇਹਨਾਂ ਨੇ ਹੁਣ ਤੱਕ ਕਿਉਂ ਨਹੀਂ ਸਮਝਾਇਆ? ਹੁਣ ਤੱਕ ਗੋਸ਼ਟੀਆਂ ਨਹੀਂ ਕੀਤੀਆਂ, ਹੁਣ ਤੱਕ ਸੈਮੀਨਾਰ ਨਹੀਂ ਕੀਤੇ। ਅੱਜ ਤੱਕ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਵੀ ਕਿਹਾ ਸੀ ਆਪਣੇ ਐਮਪੀਸ ਨੂੰ ਵੀ ਜਾ ਕੇ ਪਿੰਡ ਪਿੰਡ ਜਾਓ ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਤੇ ਅਖੀਰ ਤੇ 19 ਨਵੰਬਰ ਨੂੰ ਕੀ ਕਹਿੰਦੇ ਆ ਕਿ ਅਸੀਂ ਕੁਝ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਨਾਕਾਮਯਾਬ ਰਹੇ। ਸੋ ਇਸ ਗੱਲ ਨੂੰ ਬਹੁਤ ਧਿਆਨ 'ਚ ਰੱਖਣਾ ਚਾਹੀਦਾ। ਮੈਨੂੰ ਲੱਗਦਾ ਉਹ ਤਾਕਤਾਂ, ਉਹ ਸ਼ਕਤੀਆਂ ਜਾਂ ਉਹ ਕਾਰਪੋਰੇਟਸ ਦੇ ਕੁਝ ਬੰਦੇ ਜਾਂ ਆਰਥਿਕ ਮਾਹਰ ਕਿਸੇ ਨਾ ਕਿਸੇ ਤਰ੍ਹਾਂ ਇਸ ਫੈਸਲੇ ਤੋਂ ਬਹੁਤੇ ਖੁਸ਼ ਨਹੀਂ ਆ। ਤੇ ਮੈਨੂੰ ਲੱਗਦਾ ਉਹਨਾਂ ਨੂੰ ਸਮੇਂ ਦਾ ਇਸ ਨਜ਼ਾਕਤ ਨੂੰ ਸਮਝਣਾ ਚਾਹੀਦਾ ਤੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਜਿਨ੍ਹਾਂ ਦੇ ਆਖੇ ਘਰ ਦੇ 4 ਜੀ ਨਹੀਂ ਲੱਗਦੇ, ਜਿਨ੍ਹਾਂ ਦੇ ਪਿੱਛੇ 4 ਜੀ ਕਿਤੇ ਜਾਣ ਨੂੰ ਤਿਆਰ ਨਹੀਂ ਹੁੰਦੇ, ਉਹ ਕਹਿੰਦੇ ਲੱਖ ਬੰਦਾ ਇਕੱਠਾ ਕਰਾਂਗੇ। ਫਿਰ ਗੱਲ ਦੇ ਵਿੱਚ ਕੋਈ ਸ਼ੱਕ ਤਾਂ ਪੈਂਦਾ ਹੀ ਆ ਕਿ ਕਿਹੜੀ ਤਾਕਤ ਜਿਹੜੀ ਲੱਖ ਬੰਦਾ ਤੁਹਾਨੂੰ ਇਕੱਠਾ ਕਰ ਦੋ। ਕਲਮ ਘਸਾਈ ਤੋਂ ਬਿਨਾਂ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਕੋਈ ਦੂਜਾ ਕੰਮ ਕੀਤਾ ਨਹੀਂ ਹੁੰਦਾ। ਰਿਸ਼ਤੇਦਾਰੀ ਤੁਸੀਂ ਕੋਈ ਨਹੀਂ ਵਰਤੀ ਹੁੰਦੀ। ਸੈਮੀਨਾਰਾਂ ਦੇ ਵਿੱਚ ਤੁਸੀਂ ਆਪਣੇ ਬੋਲਣ ਤੋਂ ਬਿਨਾਂ ਕਿਸੇ ਨੂੰ ਸੁਣਿਆ ਨਹੀਂ ਹੁੰਦਾ। ਤੇ ਇਹੋ ਜਿਹੇ ਬੰਦੇ ਜੇ ਲੱਖ ਲੱਖ ਦੀ ਦਵਾਈ ਦੇਣ ਵੀ ਅਸੀਂ ਇਕੱਠੇ ਕਰ ਦਿਆਂਗੇ, ਫਿਰ ਕਿਸਾਨਾਂ ਦੇ ਸ਼ੰਕੇ ਤਾਂ ਠੀਕ ਹੀ ਜਾਇਜ਼ ਹੀ ਹੋਣ ਲੱਗਦੇ ਨਾ ਕਿ ਕੋਈ ਨਾ ਕੋਈ ਤਾਂ ਪਿਛਲੇ ਦਰਵਾਜ਼ਿਓਂ ਕੁਝ ਨਾ ਕੁਝ ਤਾਂ ਹੋ ਰਿਹਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।